ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਸਟੂਡੀਓ ਦੇ ਵਿੱਚ ਬਲਕਾਰ ਸਿੰਘ। ਹਾਂਜੀ ਬਲਕਾਰ ਜੀ, ਜੀ ਗਰਮੀ ਬਹੁਤ ਹੋ ਗਈ, ਜ਼ਰੂਰ ਬਹੁਤ ਹੀ ਜ਼ਿਆਦਾ। ਪੱਕੀ ਮਤਲਬ ਇਨਵਰਟਰ ਵੀ ਚਾਰਜ ਨਹੀਂ ਹੁੰਦੇ। ਹੂੰ ਥੋੜੀ ਦੇਰ ਬਾਅਦ ਕਹਿ ਦਿੰਦੇ ਨੇ ਜੈ ਹਿੰਦ, ਆਹ ਅਸੀਂ ਵੀ ਸੌਣ ਲੱਗੇ ਹਾਂ। ਤੇ ਕੱਟ ਚੱਲਦੇ ਪਏ ਨੇ। ਤੇ ਸੈਂਟਰ ਪੂਲ ਵਿੱਚੋਂ ਸਾਨੂੰ ਹੁਣ ਉਹ ਜਿਹੜੀ ਬਿਜਲੀ ਨਹੀਂ ਬਿਜਲੀ ਮਿਲਣੀ, ਉਹ ਮਨਾ ਬਾਹਰ ਕਰ ਹੋ ਗਿਆ। ਦਿੱਤਾ ਗਿਆ। ਆਹ ਤਪੇ ਹੋਏ ਨੇ ਲੋਕ ਵੀ, ਤਪਿਆ ਹੋਇਆ ਵਾਤਾਵਰਣ ਵੀ। ਆਹ। ਕਰੀਏ ਤਾਂ ਕੀ ਕਰੀਏ। ਮੀਂਹ ਕਹਿੰਦਾ ਪਤਾ ਨਹੀਂ ਮੈਂ ਕਿੱਥੇ ਗਿਆ ਹੋਇਆ, ਸ਼ਾਇਦ ਨਾਨਕੀ ਗਿਆ ਹੋਇਆ, ਨਾਨੀ ਕੋਲ ਛੁੱਟੀਆਂ ਕੱਟਣ ਵਾਸਤੇ। ਆਹ ਕੀ ਕਰੀਏ ਹੁਣ ਅੱਤ ਦੀ ਗਰਮੀ ਦਾ? ਤੁਸੀਂ ਸਲਾਹ ਦਿਓ ਸਾਨੂੰ। ਵੈਸੇ ਪੰਜਾਬ ਦੇ ਲੋਕ ਕਰ ਰਹੇ ਨੇ ਕਿ ਤਪਸ਼ ਨਹੀਂ ਜ਼ਿਆਦਾ ਹੈਗਾ, ਤਪ ਰਿਹਾ ਪੰਜਾਬ। ਔਰ 43 ਡਿਗਰੀ ਤੱਕ ਜਿਹੜਾ ਟੈਂਪਰੇਚਰ ਚਲੇ ਗਿਆ। ਔਰ ਦੂਜੀ ਗੱਲ ਹੈਗੀ ਕਿ ਬਿਜਲੀ ਦੇ ਕੱਟ ਵੀ ਨਿਰੰਤਰ ਲੱਗ ਰਹੇ ਆ, ਬਿਲਕੁਲ। ਜਿਹਦੇ ਵਿੱਚ 5-5 ਘੰਟੇ ਬਿਜਲੀ ਜਿਹੜੀ ਨਹੀਂ ਆ ਰਹੀ। ਟਰਾਂਸਫਾਰਮ ਸੜ ਰਹੇ ਆ, AC ਦੀ ਜਿਹੜੇ ਜ਼ਿਆਦਾ ਵਰਤੋਂ ਹੋ ਰਹੀ ਆ। ਔਰ ਰਾਤ ਨੂੰ ਖਾਸ ਕਰਕੇ ਜ਼ਿਆਦਾ ਵਰਤੋਂ ਇਸ ਕਰਕੇ ਕਿ ਗਰਮੀ ਜ਼ਿਆਦਾ ਹੈਗਾ। ਲੋਕ ਵੀ ਕੀ ਕਰਨ, ਬੱਚੇ ਆ, ਬਜ਼ੁਰਗ ਹੈਗੇ ਆ, ਔਰਤਾਂ ਵਿਚਾਰੀਆਂ ਬੈਠੀਆਂ ਨੇ। ਔਰ ਦੂਜੀ ਗੱਲ ਜਿਹੜੀ ਹੈ, ਬਾਰਿਸ਼ ਨਹੀਂ ਹੋ ਰਹੀ। ਮੌਨਸੂਨ ਪਾਉਣਾ ਜਿਹੜੀਆਂ ਹਿਮਾਚਲ 'ਚ ਪਹੁੰਚ ਰਹੀਆਂ, ਉਸ ਤੋਂ ਬਾਅਦ ਅਜੇ ਉੱਥੇ ਦਸਤਕ ਦਿੱਤੀ ਆ। ਪੰਜਾਬ 'ਚ ਆਉਂਦਿਆਂ ਟਾਈਮ ਲੱਗੂਗਾ। ਪਹਿਲਾਂ ਪਹਾੜੀ ਏਰੀਏ 'ਚ ਹੀ ਬਾਰਿਸ਼ ਹੋ ਜਾਂਦੀ ਆ। ਇਹ ਮੈਦਾਨੀ ਇਲਾਕਾ ਸਾਰਾ ਹੀ। ਔਰ ਮੈਦਾਨ ਵਾਲੇ ਲੋਕ ਜਿਹੜੇ ਆ ਹਰ ਚੀਜ਼ ਤੋਂ ਪਿੱਛੇ ਰਹਿ ਜਾਂਦੇ ਆ। ਜਿੱਦਾਂ ਤੁਸੀਂ ਦੱਸਿਆ, ਸਰਕਾਰ ਦੇ ਜਿਹੜੀਆਂ ਸਹੂਲਤਾਂ ਉਹਨਾਂ ਤੋਂ ਵੀ ਪਿੱਛੇ ਰਹਿ ਗਏ ਆ। ਉਹਨਾਂ ਨੇ ਕਹਿਤਾ ਕਿ ਜਿਹੜੀ 1000 ਮੈਗਾਵਾਟ ਬਿਜਲੀ ਦਾ ਦੇਣਾ ਸੀ ਸ਼ੇਅਰ ਸੈਂਟਰ ਪੂਲ 'ਚੋਂ, ਉਹ ਤੋਂ ਬਿਲਕੁਲ ਕੋਰਾ ਜਵਾਬ ਹੋ ਗਿਆ, ਉਹ ਨਹੀਂ ਮਿਲੂਗੀ। ਅੱਗੇ ਮਿਲਦੀ ਰਹੀ ਆ, ਹੁਣ ਨਹੀਂ ਮਿਲਣੀ। ਔਰ ਇਹਦੇ ਵਿੱਚ ਹੁਣ ਵਾਕਿਆ ਨਹੀਂ ਮਿਲਣੀ। ਇਹਨੂੰ ਪਹਿਲਾਂ ਜਿਹੜੀਆਂ ਸਹੂਲਤਾਂ ਸੀਗੀਆਂ, ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਰੂਰਲ ਡਿਵੈਲਪਮੈਂਟ ਫੰਡ ਸੀਗਾ, ਉਹਦੇ ਵੱਲੋਂ ਬਿਲਕੁਲ ਵਰਕਾ ਸਾਫ, ਉਹ ਵੀ ਨਹੀਂ ਮਿਲਿਆ, ਇਹ ਵੀ ਨਹੀਂ ਮਿਲ ਰਿਹਾ। ਔਰ ਦੂਜੇ ਪਾਸੇ ਜਿਹੜੀ ਹੈ ਪੰਜਾਬ ਸਰਕਾਰ ਮਾੜਾ ਮੋਟਾ ਹੀਲਾ ਕਰ ਰਹੀ ਆ। ਪਰ ਲੋਕ ਇਸ ਵੇਲੇ ਬੜੇ ਚਿੰਤਾਗ੍ਰਸਤ ਹੋ ਗਏ ਕਿ ਕੱਟ ਜ਼ਿਆਦਾ ਲੱਗ ਰਹੇ ਆ, ਫੀਡਰ ਬਦਲ ਰਹੇ ਆ। ਰੂਰਲ ਟੱਚ ਜਿਹੜੇ ਹੈਗੇ, ਰੂਰਲ ਏਰੀਆ ਦੇ ਫੀਡਰ, ਉੱਧਰ ਵੀ ਬਿਜਲੀ ਘਟ ਗਈ ਹੈਗੀ ਆ। ਪੁਰਾਣੇ ਜ਼ਮਾਨੇ 'ਚ ਤਾਂ ਲੋਕ ਬਹਿ ਜਾਂਦੇ ਬੋੜਾਂ ਥੱਲੇ, ਪਿੱਪਲਾਂ ਥੱਲੇ, ਹੈ ਨਾ। ਉੱਥੇ ਡੰਗਰ ਵੱਛਾ ਵੀ ਰੱਖ ਲੈਂਦੇ, ਆਪ ਵੀ ਬਹਿ ਜਾਂਦੇ, ਉੱਥੇ ਚਾਹ ਪਾਣੀ ਪੀਂਦੇ, ਤਾਸ਼ ਖੇਡੀ ਜਾਂਦੀ ਸੀ ਉੱਥੇ, ਅਤੇ ਸੱਥ ਲੱਗਦੀ ਸੀ, ਗੱਲਾਂ ਬਾਤਾਂ ਹੁੰਦੀਆਂ। ਪਰ ਹੁਣ ਲੋਕਾਂ ਕੋਲ ਵੀ ਇੰਨਾ ਵੇਲ ਨਹੀਂ। ਮੁੰਡੇ ਹੈਗੇ ਜਵਾਨ, ਉਹ ਬੋੜਾਂ ਥੱਲੇ ਅਤੇ ਪਿੱਪਲਾਂ ਥੱਲੇ ਬਹਿਣਾ ਨਹੀਂ ਚਾਹੁੰਦੇ। ਦੂਜਾ ਹੈਗਾ, ਸਾਡੇ ਮੁੰਡੇ ਕੁਝ ਬਾਹਰ ਵੀ ਚਲੇ ਗਏ ਆ। ਬਜ਼ੁਰਗ ਇਸ ਵੇਲੇ ਥੋੜ੍ਹੇ ਬਜ਼ੁਰਗ ਰਹਿ ਗਏ ਆ। ਪੰਜਾਬ ਵਿੱਚ ਬਜ਼ੁਰਗਾਂ ਦੀ ਤਾਦਾਦ ਘਟ ਗਈ ਆ, ਜਵਾਨ ਜ਼ਿਆਦਾ। ਔਰ ਉਸ ਕਰਕੇ ਕਲਚਰ ਬਦਲ ਗਿਆ। ਪੱਖੀਆਂ ਵੀ ਗਈਆਂ ਸਾਡੇ, ਹੈ ਨਾ, ਚਰਖੇ ਵੀ ਗਏ, ਹੈ ਨਾ, ਚੱਕੀਆਂ ਵੀ ਗਈਆਂ, ਕੋਲੂ ਵੀ ਗਏ, ਹੈ ਨਾ, ਕਈ ਕੁਝ ਗਏ, ਅਤੇ ਰਹਿ ਗਏ ਸਾਡੇ ਪੰਜਾਬ ਦੇ ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ। ਗਈਆਂ। ਉਹ ਮਾਨ ਸਾਹਿਬ ਦਾ ਗੀਤ ਹੈ। ਵੈਸੇ ਇੱਕ ਚੀਜ਼ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਸਰਕਾਰ ਵੱਲੋਂ ਸਹੂਲਤ ਸਾਨੂੰ ਨਹੀਂ ਮਿਲ ਰਹੀ, ਪਰ ਬਲਕਾਰ ਜੀ ਸਾਨੂੰ ਸਹੂਲਤ ਦਿੰਦੇ ਨੇ। ਸਾਡੇ ਵਾਸਤੇ ਆਈਸਕ੍ਰੀਮ ਲੈ ਕੇ ਆਉਂਦੇ ਨੇ, ਅਸੀਂ ਖਾਂਦੇ ਹਾਂ, ਠੰਡਕ ਮਿਲਦੀ, ਅਸੀਂ ਥੈਂਕ ਯੂ ਕਰਦੇ ਹੁੰਦੇ ਹਾਂ। ਇਹ ਗਰਮੀ ਦੇ ਨਾਤੇ ਹੈ ਨਾ। ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਾਰ-ਬਾਰ ਆਈਸਕ੍ਰੀਮ ਲੈ ਕੇ ਆਓ, ਅਸੀਂ ਬਾਰ-ਬਾਰ ਤੁਹਾਨੂੰ ਥੈਂਕ ਯੂ ਬੋਲੀਏ। ਤੁਹਾਡੇ ਵੱਲੋਂ ਸਹੂਲੀਅਤ ਸਾਨੂੰ ਮਿਲਣੀ ਚਾਹੀਦੀ ਹੈ। ਆਪਾਂ ਬਰਫ਼ ਦੇ ਗੋਲੇ ਵੀ ਖਾਂਦੇ ਆ। ਬਰਫ਼ ਦੇ ਗੋਲੇ ਸਾਈਕਲਾਂ ਵਾਲੇ ਲੈ ਕੇ ਆਉਂਦੇ ਸੀ, ਉਹਦੇ ਤੇ ਰੰਗ ਪਾਉਂਦੇ। ਖੋਏ ਮਲਾਈ ਵਾਲੀ ਕੁਲਫੀ, ਹਾਂ, ਉਹ ਸ਼ਾਇਦ ਤੁਸੀਂ ਖਾਧਾ ਨੀਗਾ। ਉਹ ਕਾਨੇ ਦੇ ਵਿੱਚ ਬਰਫ਼ ਨੂੰ ਬੰਨ੍ਹ ਕੇ ਨਾ, ਗੋਲ ਦਾਇਰਾ ਜੀ ਬਣਾ ਕੇ, ਕੁੱਪਾ ਜਿਹਾ ਬਣਾ ਕੇ, ਫਿਰ ਉਹਦੇ 'ਤੇ ਰੰਗ ਬਿਰੰਗਾ ਜਿਹੜਾ ਸੀਗਾ ਰੰਗ ਪਾਇਆ ਜਾਂਦਾ, ਮਿੱਠਾ। ਔਰ ਉਹਦੇ ਨਾਲ ਉਹਦੇ 'ਤੇ ਫੁੱਲ ਬੂਟੇ ਕੱਢ ਦਿੰਦੇ। ਉਹ ਬੱਚੇ ਬੜੇ ਸ਼ੌਕ ਨਾਲ ਝੂਪਦੇ ਸੀ, ਖਾਂਦੇ ਸੀਗੇ। ਹੁਣ ਉਹ ਵੈਸੇ ਘਟ ਗਏ, ਨਹੀਂ ਤੇ ਉਹ ਸਾਈਕਲਾਂ 'ਤੇ ਆਉਂਦੇ ਸੀਗੇ। ਇੱਕ ਖੋਏ ਮਲਾਈ ਆਉਂਦੀ ਸੀ, ਖੋਏ ਮਲਾਈ ਵੀ ਬਹੁਤ ਸੀਗੇ ਕਰਦ ਨਾਲ। ਸਾਡੇ ਸਕੂਲ 'ਚ ਮੈਂ ਆਪ ਲੈਂਦਾ ਰਿਹਾ ਉਹਨਾਂ ਕੋਲ। ਫੀਸ ਤੋਂ ਵੱਧ ਜਿਹੜੇ ਪੈਸੇ ਸੀ, ਅਸੀਂ ਖੋਏ ਮਲਾਈ ਖਾਂਦੇ ਸੀ ਗਰਮੀਆਂ ਦੇ ਵਿੱਚ ਔਰ ਸਰਦੀਆਂ ਵਿੱਚ। ਪਰ ਉਹ ਪਤਾ ਉੜੀਸਾ ਤੋਂ ਆਉਂਦੇ ਸੀ ਵੇਚਣ ਵਾਲੇ, ਔਰ ਇੰਨੇ ਲਾਜਵਾਬ, ਇੰਨੇ ਵਧੀਆ ਬਣਾਉਂਦੇ ਸੀਗੇ। ਉਹ ਗਰਮ ਇੱਕ ਬਣਾ ਕੇ ਬਰਤਨ ਜਾ, ਉਹਦੇ ਵਿੱਚ ਦੇਖਿਆ ਬੋਰੀ ਦੇ ਵਿੱਚ ਕੱਪੜਾ ਆਲੇ ਦੁਆਲੇ ਗਰਮ ਲਪੇਟਾ, ਉਹਦੇ ਵਿੱਚ ਬਣਾਇਆ ਜਾਂਦਾ। ਫਿਰ ਉਹਦੀਆਂ ਟੁਕਰੀਆਂ ਬਣਾ ਕੇ ਦਿੰਦੇ ਸੀ। ਉਹ ਬਹੁਤ ਟੇਸਟੀ ਹੁੰਦੀ ਹੈ, ਬਹੁਤ ਅੱਛੀ, ਬਹੁਤ ਮਜ਼ੇਦਾਰ। ਉਹ ਮੈਂ ਵੀ ਖਾਧੀ ਹੈ ਥੋੜੀ ਬਹੁਤ। ਚਲੋ, ਇਹ ਗੱਲ ਸੁਣ ਕੇ ਸਾਡੇ ਮੂੰਹ 'ਚ ਵੀ ਪਾਣੀ ਆ ਗਿਆ ਸਵਾਦ ਨਾਲ। ਚਲੋ ਆਪਾਂ ਅੱਗੇ ਵਧੀਏ ਜੀ। ਮੂੰਹ 'ਚ ਪਾਣੀ ਵਾਲੀ ਗੱਲ ਇਹ ਹੈ ਕਿ ਸਵਾਦਲਾ ਮੂੰਹ ਹੋ ਜਾਵੇ ਤਾਂ ਬਹੁਤ ਹੀ ਮਜ਼ਾ, ਨਜ਼ਾਰੇਦਾਰ ਹੋ ਜਾਂਦਾ ਗੱਲ। ਸੋ ਅਗਲੀ ਸਵਾਦਲੀ ਗੱਲ ਇਹ ਹੈ ਕਿ ਹੁਣ ਇੱਕ ਕਾਮਯਾਬ ਦੌਰਾ ਕਰਨ ਤੋਂ ਬਾਅਦ ਅਮਰੀਕਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਚਲੇ ਗਏ ਨੇ ਮਿਸਰ। ਔਰ ਕਿਹਾ ਇਹ ਜਾ ਰਿਹਾ ਕਿ ਰਾਸ਼ਟਰਪਤੀ ਬਾਈਡਨ ਸਾਹਿਬ ਨਾਲ ਉਹਨਾਂ ਦੀ ਮੁਲਾਕਾਤ ਬੜੀ ਵਧੀਆ ਰਹੀ ਹੈ, ਬੜੇ ਵਧੀਆ ਸਮਝੌਤੇ ਹੋਏ ਨੇ। ਅਮਰੀਕਾ ਤੇ ਭਾਰਤ ਕਈ ਫਰੰਟਸ ਦੇ ਉੱਤੇ ਮਿਲ ਕੇ ਇਕੱਠੇ ਕੰਮ ਕਰਨਗੇ। ਸੋ ਇੱਕ ਪੋਜ਼ੀਟਿਵ ਯਾਤਰਾ ਰਹੀ ਹੈ, 5ਵੀਂ ਯਾਤਰਾ ਸੀ ਇਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਅਮਰੀਕਾ ਦੀ। ਤਾਂ ਅਮਰੀਕਾ ਵਾਸੀ ਵੀ ਖੁਸ਼ ਹੋਏ ਨੇ। ਹੁਣ ਮਿਸਰ ਵਿੱਚ ਗਏ ਹੋਏ ਨੇ, ਉੱਥੇ ਵੀ ਉੱਥੋਂ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨੀ ਹੈ। ਵੈਸੇ ਜਦੋਂ ਇਹਨਾਂ ਦੀਆਂ ਇਹ ਫੇਰੀਆਂ ਦੌਰੇ ਹੋਏ ਨੇ ਜਾਂਦੇ ਅਮਰੀਕਾ ਦੇ ਵਿੱਚ, ਇਹਨਾਂ ਨੇ ਖਾਸ ਤੌਰ 'ਤੇ 7ਵਾਂ 8ਵਾਂ ਇਹਨਾਂ ਦਾ ਵਿਜ਼ਿਟ ਹੈਗੀ ਆ, ਉਹਦੇ ਵਿੱਚ ਗਏ ਆ। ਪਰ ਜਿੰਨੇ ਪੋਲੀਟੀਕਲ ਨੇਤਾ ਨੇ ਜਾਂ ਜਿਹੜੇ ਲੋਕ ਜਾਂ ਸੂਝਵਾਨ ਨੇ, ਉਹਨਾਂ ਕਿਹਾ ਸਭ ਤੋਂ ਵੱਡੀ ਗੱਲ ਇਹਦੇ ਪਿੱਛੇ ਛੁਪਿਆ ਸੀਗਾ ਸਿਆਸਤ।
ਸਿਆਸਤ ਦਾ ਮਤਲਬ ਸੀਗਾ ਇਲੈਕਸ਼ਨ। ਇੱਧਰੋਂ ਮੋਦੀ ਸਾਹਿਬ ਦਾ ਆਪਣਾ ਦੌਰਾ ਸੀ, ਆਪਣਾ ਸਿਆਸਤ ਸੀ, ਉੱਥੇ ਲੋਕਾਂ ਨੂੰ ਸੰਬੋਧਨ ਕਰਕੇ ਇਲੈਕਸ਼ਨ ਲਈ ਪ੍ਰੇਰਿਤ ਕਰਨਾ। ਦੂਜੇ ਪਾਸੇ ਬਾਈਡਨ ਸਾਹਿਬ ਦਾ ਵੀ ਇਹੀ ਮਨਸ਼ਾ ਸੀਗਾ। ਉਹ 'ਚ ਜਦੋਂ ਵੀ ਉਹਨਾਂ ਨੂੰ ਰਾਤ ਨੂੰ ਦਾਵਤ ਦਿੱਤੀ ਗਈ, ਡਿਨਰ ਦਿੱਤਾ ਗਿਆ, ਉਹਦੇ ਵਿੱਚ ਆਏ ਔਰ ਐਂਟਰਟੇਨਮੈਂਟ ਵੀ ਹੋਇਆ। ਦਲਜੀਤ ਦੋਸਾਂਝ ਨੇ ਗਾਣਾ ਵੀ ਗਾਇਆ। ਬਲਿੰਕਨ ਜਿਹੜੇ ਉਹਨਾਂ ਦੇ ਵਿਦੇਸ਼ ਮੰਤਰੀ, ਉਹਨਾਂ ਨੇ ਕਿਹਾ ਕਿ ਇਸ ਗਾਣੇ ਨਾਲ ਸਾਰੇ ਲੋਕ ਝੂਮਦੇ ਆ, ਉਹਨਾਂ ਬੜਾ ਅੱਛਾ ਗਾਇਕ ਆ। ਔਰ ਇਸੇ ਤਰ੍ਹਾਂ ਹੀ ਹੁਣ ਮਿਸਰ ਦੇ ਵਿੱਚ ਪਹੁੰਚੇ ਨੇ। ਮਿਸਰ ਦੇ ਵਿੱਚ ਵੀ ਸ਼ੋਲੇ ਫਿਲਮ ਦਾ ਕਦੀ ਨਹੀਂ ਵਿਗੜੇਗੀ ਹਮਾਰੀ ਦੋਸਤੀ, ਉਹਦੇ 'ਚ ਇਸ ਸ਼ੋਲੇ ਫਿਲਮ ਦੇ ਗੀਤ ਨਾਲ ਇਹਨਾਂ ਨੂੰ ਸਵਾਗਤ ਕੀਤਾ ਗਿਆ। ਔਰ ਉੱਥੇ ਮਿਸਰ ਦੇ ਵਿੱਚ ਖਾਸ ਤੌਰ 'ਤੇ ਇਹਨਾਂ ਦਾ ਇਹ ਤਜਵੀਜ਼ ਹੈ ਕਿ ਉੱਥੋਂ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਹੋਵੇਗੀ, ਔਰ ਅਜੇ ਉਹਨਾਂ ਨਾਲ ਨਹੀਂ ਹੋਈ। ਉਹਨਾਂ ਨੂੰ ਗਾਰਡ ਆਫ ਆਨਰ ਨਾਲ ਨਵਾਜਿਆ ਗਿਆ, ਜਦੋਂ ਕਿ ਅਮਰੀਕਾ ਦੇ ਵਿੱਚ ਗਾਰਡ ਆਫ ਆਨਰ ਨਹੀਂ ਮਿਲਿਆ। ਜਦੋਂ ਕਿ ਬਾਕੀ ਡਾਕਟਰ ਮਨਮੋਹਨ ਸਿੰਘ ਜਾਂਦੇ ਰਹੇ, ਉਹਨਾਂ ਨੂੰ ਵੈਲਕਮ ਗਾਰਡ ਆਫ ਆਨਰ ਨਾਲ ਕੀਤੀ ਗਈ ਹੈ। ਇਹਨਾਂ ਦਾ ਸਵਾਗਤ ਇਸ ਤਰ੍ਹਾਂ ਕੀਤਾ ਗਿਆ ਕਿ ਏਅਰਪੋਰਟ 'ਤੇ ਅਧਿਕਾਰੀ ਆਏ, ਪਹੁੰਚੇ 2-4 ਅਧਿਕਾਰੀ ਜਿਹੜੇ ਆਏ ਉਹੀ ਮਿਲੇ, ਉਹਨਾਂ ਨਾਲ ਸ਼ੇਕ ਹੈਂਡ ਕੀਤਾ, ਮਿਲੇ ਆ। ਕੋਈ ਉੱਚ ਅਧਿਕਾਰੀ ਨਹੀਂ ਪਹੁੰਚਿਆ ਉੱਥੇ ਜਿਸ ਤਰ੍ਹਾਂ ਸਮਝ ਲਓ ਕਿ ਜਿਸ ਤਰ੍ਹਾਂ ਆਮ ਬੰਦਾ ਹੁੰਦਾ ਉਹਦੇ ਲਈ ਉਹਨਾਂ ਨੇ ਕੀਤਾ। ਨਹੀਂ ਤਾਂ ਬਾਕੀ ਜਿਹੜੇ ਹੁਣ ਤੱਕ ਗਏ ਨੇ, ਜਦੋਂ ਉੱਥੇ ਪਹੁੰਚਦੇ ਰਹੇ, ਉਹਨਾਂ ਨੂੰ ਗਾਰਡ ਆਫ ਆਨਰ ਔਰ ਬੜਾ ਵਧੀਆ ਤਰ੍ਹਾਂ ਦਾ ਵੈਲਕਮ ਕਰਕੇ ਲੈ ਕੇ ਆਉਂਦੇ ਰਹੇ, ਉੱਥੋਂ ਦਾ ਕਲਚਰ ਪੇਸ਼ ਕਰਕੇ ਮਿਊਜ਼ਿਕ ਸੰਗੀਤ ਨਾਲ। ਇਹ ਪਤਾ ਨਹੀਂ ਜ਼ਿਆਦਾ ਇਹਨਾਂ ਦੀਆਂ ਫੇਰੀਆਂ ਕਰਕੇ ਵੀ ਹੋ ਗਿਆ, ਜ਼ਿਆਦਾ ਵੀ ਜਾਣ ਨਾਲ ਵੀ ਥੋੜ੍ਹਾ ਜਿਹਾ ਫਿਰ ਤੁਹਾਡੀ ਇੱਜ਼ਤ ਉਸ ਹਿਸਾਬ ਦੀ ਰਹਿੰਦੀ ਆ। ਪਰ ਪਹਿਲੇ ਜਿਹੜੇ ਪ੍ਰਧਾਨ ਮੰਤਰੀ ਜਾਂਦੇ ਰਹੇ, ਉਹਨਾਂ ਦਾ ਤੇ ਇਹਦਾ ਨਿਸਬਤ ਇਹ ਦੇਖਿਆ ਗਿਆ ਕਿ ਐਤਕੀ ਇਹਨਾਂ ਲਈ ਇੱਕ ਛੋਟਾ ਜਿਹਾ ਹੀ ਕੰਮ ਰਿਹਾ। ਗੱਲਾਂ ਭਾਵੇਂ ਵੱਡੀਆਂ ਕਰ ਜਾਏ, ਮੀਡੀਆ ਬੜਾ ਕੁਛ ਆ ਕੇ, ਜਿਹੜਾ ਵਿਵਹਾਰਕ ਤੌਰ ਪ੍ਰੈਕਟੀਕਲ ਤੌਰ 'ਤੇ ਇਹਨਾਂ ਦਾ ਜਿਹੜੀ ਸਿਆਸਤ ਆ ਉਹ ਦੂਜੀ ਤਰੀਕੇ ਦੀ ਸੀਗੀ, ਜਿਹਦੇ ਵਿੱਚ ਇਲੈਕਸ਼ਨ ਛੁਪੀ ਸੀਗੀ। ਉਹ ਹੈਗਾ ਹੁਣ ਮਿਸਰ ਦੇ ਵਿੱਚ ਗਏ, ਮਿਸਰ ਦੇ ਵਿੱਚ ਕੋਈ ਇਲੈਕਸ਼ਨ ਦਾ ਚੱਕਰ ਨਹੀਂ ਹੈਗਾ। ਔਰ ਹੋ ਸਕਦਾ ਕਿ ਜਿਹੜੇ ਉੱਥੇ ਸਾਡੇ ਲੋਕ ਬੈਠੇ ਨੇ, ਜਿਹੜੇ ਨਾਗਰਿਕ ਨੇ ਉੱਥੋਂ ਦੇ, ਉਹਨਾਂ ਨੂੰ ਕੁਛ ਨਾ ਕੁਛ ਤਾਂ ਰੈਫਰੈਂਸ ਦੇਣਗੇ ਜਦੋਂ ਸੰਬੋਧਨ ਕਰਨਗੇ। ਔਰ ਬਾਕਾਇਦਾ ਤੌਰ 'ਤੇ ਇਹਨਾਂ ਨੇ 3-4 ਜਗ੍ਹਾ ਸੰਬੋਧਨ ਹੈਗਾ, ਉੱਥੇ ਮਿਲ ਕੇ ਆਉਣਗੇ। ਔਰ ਜਿਸ ਤਰ੍ਹਾਂ ਦੀ ਗੱਲ ਹੈ ਕਿ ਮੋਦੀ ਸਾਹਿਬ ਇਸ ਵੇਲੇ ਜਿਹੜੇ ਘੁੰਮਣ ਦੇ ਲਈ ਬਹੁਤ ਵੱਡੇ ਸ਼ੌਕੀਨ ਹੋ ਗਏ ਆ। ਇਹਨਾਂ ਦੇ ਸੂਟਡ ਬੂਟਡ ਜਿਹੜੇ ਕੱਪੜੇ ਆ ਉਹ ਵੀ ਵੇਖਣ ਵਾਲੇ ਹੁੰਦੇ ਆ। ਇਹਨਾਂ ਦੀ ਐਨਕਾਂ ਜਿਹੜੀਆਂ ਹੈਗੀਆਂ, ਇਹਨਾਂ ਦੇ ਪੈਨ ਨੇ, ਭਾਵੇਂ ਲਿਖਣਾ ਇਹਨਾਂ ਨੂੰ ਉਹਨਾਂ ਨਹੀਂ ਆਉਂਦਾ, ਪਰ ਪੈਨ ਇਹਨਾਂ ਦਾ ਡਾਕਟਰ ਮਨਮੋਹਨ ਸਿੰਘ ਤੋਂ ਵਧੀਆ ਹੈਗਾ। ਔਰ ਉਹਦੇ ਵਿੱਚ ਇਹਨਾਂ ਦੀਆਂ ਐਨਕਾਂ ਦਾ ਜਿਹੜਾ ਤੁਸੀਂ ਦੇਖੋ ਕਿ ਕਿੰਨੀਆਂ ਕਾਸਟਲੀ, ਕਿੰਨੀਆਂ ਮਹਿੰਗੀਆਂ। ਇਹਨਾਂ ਦਾ ਰੇ ਪਜਾਮਾ, ਇਹਨਾਂ ਦਾ ਸ਼ਰਟ, ਇਹਨਾਂ ਦਾ ਓਵਰਕੋਟ, ਉਹਦਾ ਲਿਹਾਜ਼ ਹੀ ਇੰਨਾ ਕਿ ਇਹਨਾਂ ਕਿੱਥੋਂ ਆਉਂਦਾ। ਔਰ ਦੂਜੀ ਗੱਲ ਇਹਨਾਂ ਦੀ ਹੈਗੀ, ਜਿਹੜੀ ਇਹਨਾਂ ਦੀ ਸਪੀਚ ਹੈਗੀ ਆ, ਉਹ ਟੈਲੀਪ੍ਰੰਪਟਰ 'ਤੇ ਹੁੰਦੀ ਹੈ। ਦੂਰਦਰਸ਼ਨ 'ਤੇ ਜਿਹੜੇ ਖਬਰਾਂ ਪੜ੍ਹਦੇ ਆ, ਜਦੋਂ ਤੁਸੀਂ ਦੇਖਿਆ ਹੋਗਾ, ਤੁਸੀਂ ਉੱਥੋਂ ਦੇ ਐਂਕਰ ਜੇ, ਤੁਸੀਂ ਦੇਖਿਆ ਉਹਦੇ ਟੈਲੀਪ੍ਰੰਪਟਰ ਆ, ਜਦੋਂ ਰੱਖਿਆ ਉੱਥੇ ਬੁਲੇਟਨ ਚੁੱਕੋਗੇ, ਦੂਜਾ ਬੁਲੇਟਨ ਆਊਗਾ, ਦੂਜਾ ਪੇਜ ਆ ਜਾਊਗਾ। ਉਹ ਸਾਹਮਣੇ ਕੈਮਰੇ ਨਾਲ ਜਿਹੜਾ ਉਹਦੇ ਉੱਪਰ ਟੈਲੀਪ੍ਰੰਪਟਰ 'ਤੇ ਉਹਨੂੰ ਪੜ੍ਹਿਆ ਜਾ ਸਕਦਾ। ਜਿਹਦੀ ਨਿਗਾਹ ਘੱਟ ਪੜ੍ਹ, ਉਹ ਐਨਕ ਲਾ ਕੇ ਪੜ੍ਹ ਲੈਂਦਾ। ਔਰ ਇਹਨਾਂ ਬਾਕੀ ਸਾਰਿਆਂ ਲਈ ਹੈਗਾ, ਕੇਵਲ ਮੋਦੀ ਸਾਹਿਬ ਨਹੀਂ ਪੜ੍ਹਦੇ, ਸਾਰੇ ਜਿੰਨੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਉਹਦੇ ਤੋਂ ਪੜ੍ਹਦੇ ਰਹੇ। ਟੈਲੀਪ੍ਰੰਪਟਰ ਨਵੀਂ ਟੈਕਨੀਕ ਹੈਗੀ। ਔਰ ਆਲੇ ਦੁਆਲੇ ਜਿਹੜੇ ਹੈਗੇ ਹੋਰ ਟੈਲੀਪ੍ਰੰਪਟਰ ਹੈਗੇ, ਉਹਨਾਂ ਕੋਲ ਵੀ ਹੈਗਾ। ਉਹ ਪੇਪਰ ਉਹ ਚੇਂਜ ਕਰਦੇ ਆ। ਮੋਦੀ ਸਾਹਿਬ ਇਕੱਲਾ ਬੋਲਦੇ ਵੇਖ ਕੇ ਪੇਪਰ ਚੇਂਜ ਹੋਇਆ, ਵੇਖਿਆ, ਬੋਲਿਆ, ਪਰ ਇਹਨਾਂ ਕਦੀ ਫੰਬਲ ਨਹੀਂ ਮਾਰਿਆ, ਕਦੀ ਰੁਕੇ ਨਹੀਂ ਕਿਤੇ। ਉਹ ਨਹੀਂ ਹੈਗਾ। ਇਜ਼ ਅ ਗੁੱਡ ਓਰੇਟਰ, ਚੰਗੇ ਸਪੀਕਰ ਨੇ, ਵਧੀਆ ਬੋਲ ਲੈਂਦੇ ਆ। ਪਰ ਲਿਖਤੀ ਤੌਰ 'ਤੇ ਜਿਹੜਾ ਹੈਗਾ, ਸਾਡੇ ਜਿਹੜੇ ਵੀ ਵਿਗਿਆਨੀ ਨੇ ਜਾਂ ਜਿਹੜੇ ਮਾਹਰ ਨੇ, ਉਹ ਕਹਿੰਦੇ ਲਿਖਿਆ ਲਿਖਾਇਆ ਹੀ ਆਉਂਦਾ, ਇਹ ਪੜ੍ਹਦੇ ਹੀ ਆ। ਔਰ ਕਈ ਵਾਰੀ ਉਕਤਾ ਜਾਂਦੇ ਆ, ਉਕਤਾ ਮਨ 'ਚ ਰੁਕਦੇ ਨਹੀਂ ਗੇ। ਕਈ ਵਾਰੀ ਟੌਪਿਕ ਕੋਈ ਹੋਰ ਹੁੰਦਾ ਅਤੇ ਦੂਜੇ ਟੌਪਿਕ ਨੂੰ ਜਾ ਨਿਕਲਦੇ ਆ। ਕਈ ਵੇਲੇ ਬੰਦਰਗਾਹ ਦੀ ਗੱਲ ਹੈਗੀ ਆ, ਇਹ ਦਰਿਆਵਾਂ ਦੀ ਗੱਲ ਕਰ ਲਾ ਪੈਂਦੇ ਆ। ਇਹ ਹੈਗਾ ਜਿਹੜੀ ਲਾਈਨ ਚੇਂਜ ਕਰਨੀ, ਥਾਟ ਚੇਂਜ ਕਰ ਜਾਣੀ, ਇਹ ਹੈਗੀ। ਬਹੁਤ ਲੋਕਾਂ ਨੇ ਕਿਹਾ, ਵੀਡੀਓ ਆ ਰਹੀਆਂ, ਇਹ ਆਪਾਂ ਨਹੀਂ ਕਰ ਰਹੇ, ਵੀਡੀਓ ਵੇਖ ਕੇ ਲੋਕ ਕਰ ਰਹੇ ਆ। ਜਿੰਨੇ ਦਰਸ਼ਕ, ਇਹਨਾਂ ਨੂੰ ਪਤਾ ਹੋਊਗਾ ਕਿ ਇਹ ਕਈ ਵਾਰੀ ਦੂਜੇ ਮੀਲ ਪੱਥਰ 'ਤੇ ਜਾ ਵੜਦੇ ਆ। ਇਹਨਾਂ ਨੂੰ ਇਹ ਨਹੀਂ ਗੱਲ ਹੁੰਦੀ ਕਿ ਦੂਜੇ ਬੰਦਰਗਾਹ ਦੀ ਗੱਲ, ਗੁਜਰਾਤ ਦੀ ਗੱਲ ਹੋ ਰਹੀ ਹੈ ਅਤੇ ਪੰਜਾਬ 'ਚ ਆ ਵੜਦੇ। ਉਹ ਗੱਲਾਂ ਥੋੜ੍ਹੀਆਂ ਜਿਹੀਆਂ ਇਹਨੂੰ ਡਿਸਕੰਟੀਨਿਊਟੀ 'ਚ ਕਹਿ ਦਿੰਦੇ ਆ, ਜਿਹਦੇ ਵਿੱਚ 1-2 ਵਾਰੀ ਇਹ ਵੀ ਘਟਨਾ ਹੋਈ ਕਿ ਟੈਲੀਪ੍ਰੌਂਪਟਰ ਬੰਦ ਹੋ ਗਿਆ। ਉਸ ਵਕਤ ਬੜੀ ਇਹਨਾਂ ਤੋਂ ਪਾਣੀ ਪੀਤਾ ਸੀ ਵਿੱਚੋਂ। ਹਾਂ, ਸਿਚੁਏਸ਼ਨ ਬੜੀ ਔਕਵਰਡ ਜੀ ਹੋ ਗਈ ਸੀ ਉਸ ਵੇਲੇ, ਕਿਉਂਕਿ ਇੱਕੋ ਜਿਹੜਾ ਕਨੈਕਸ਼ਨ ਬਣਿਆ ਹੁੰਦਾ ਥਾਟਸ ਦਾ, ਥਾਟ ਪ੍ਰੋਸੈਸ ਦਾ, ਉਹ ਟੁੱਟ ਜਾਂਦਾ। ਵੈਸੇ ਕੈਮਰੇ ਦੇ ਸਾਹਮਣੇ ਬੋਲਣਾ ਕੋਈ ਐਸੀ ਛੋਟੀ ਗੱਲ ਨਹੀਂ ਹੈਗੀ, ਕਿਉਂਕਿ ਤੁਹਾਨੂੰ ਰਿਸਪੌਂਸ ਜਾਂ ਪ੍ਰਤੀਕਿਰਿਆ ਤਾਂ ਨਹੀਂ ਮਿਲਦੀ। ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਬੋਲਦੇ ਜੇ, ਆਡੀਅנס ਤੁਹਾਡੇ ਸਾਹਮਣੇ ਆ, ਉਹ ਤੁਹਾਡੇ ਨਾਲ ਗੱਲਾਂ ਕਰਦੇ ਆ, ਆਡੀਅנס ਅੱਗੋਂ ਜੈਸਚਰ ਦੇ ਰਹੀ ਹੈ। ਤੁਹਾਨੂੰ ਕੈਮਰੇ ਦੇ ਸਾਹਮਣੇ ਮਤਲਬ ਹੈਗਾ ਜਿਸ ਤਰ੍ਹਾਂ ਤੁਸੀਂ ਦੀਵਾਰ ਵਾਲੇ ਪਾਸੇ ਨੂੰ ਵੇਖ ਕੇ ਗੱਲਾਂ ਕਰਦੇ ਜੇ, ਤੁਹਾਨੂੰ ਰਿਐਕਟ ਤਾਂ ਕੋਈ ਨਹੀਂ ਹੋ ਰਿਹਾ। ਆਪਾਂ ਤਾਂ ਦੋਨੇ ਗੱਲਾਂ ਕਰ ਰਹੇ ਹਾਂ, ਸਾਨੂੰ ਪਤਾ ਕਿ ਅਸੀਂ ਰਿਪਰੈਜ਼ੈਂਟੇਟਿਵ ਕਰ ਰਹੇ ਹਾਂ ਲੋਕਾਂ ਲਈ, ਸਾਡੇ ਦਰਸ਼ਕ ਸਾਡੇ ਸਾਹਮਣੇ ਨੇ। ਜੇ ਇਮੈਜੀਨੇਸ਼ਨ ਨਾਲ ਜਾਂ ਕਲਪਨਾ ਦੀ ਗੱਲ ਕਰੀਏ, ਸਾਨੂੰ ਪਤਾ ਸਾਡੇ ਦਰਸ਼ਕ ਅਮਰੀਕਾ 'ਚ ਬੈਠੇ ਨੇ, ਇੰਗਲੈਂਡ 'ਚ ਆ, ਸਾਡੇ ਦਰਸ਼ਕ ਨਿਊਜ਼ੀਲੈਂਡ 'ਚ ਆ, ਹੈ ਨਾ, ਹਰ ਦੇਸ਼ 'ਚ ਬੈਠੇ ਨੇ। ਔਰ ਇੰਡੀਆ 'ਚ ਵੀ ਆ, ਪੰਜਾਬ 'ਚ ਵੀ ਹੈਗਾ। ਅਸੀਂ ਉਹਨਾਂ ਨਾਲ ਉਹ ਗੱਲਾਂ ਕਰਦੇ ਹਾਂ ਜਿਹੜੀਆਂ ਗੱਲਾਂ ਸੁਣਨਾ ਚਾਹੁੰਦੇ ਨੇ ਸਾਡੇ ਵਿਊਵਰਸ ਨੇ, ਪਿਆਰੇ ਹਾਰਦਿਕ ਵਿਊਵਰਸ ਨੇ, ਦਰਸ਼ਕ ਨੇ।
ਬਿਲਕੁਲ ਦਰਸ਼ਕ ਨੇ ਸਾਡੇ ਔਰ ਉਹਨਾਂ ਨੂੰ ਇਨਫੋਰਮ ਕਰਨਾ ਸਾਡੀ ਜ਼ਿੰਮੇਵਾਰੀ ਹੈ ਜੀ। ਔਰ ਕੈਨੇਡਾ ਸਟੱਡੀ ਵੀਜ਼ਾ ਵਿਦਿਆਰਥੀਆਂ ਨਾਲ ਠੱਗੀ ਹੋਈ ਹੈ ਔਰ ਜਿਹੜਾ ਧੋਖਾ ਕਰਨ ਵਾਲਾ ਏਜੰਟ ਹੈ ਉਹ ਕੈਨੇਡਾ ਤੋਂ ਹੋ ਗਿਆ ਗ੍ਰਿਫਤਾਰ। ਇਹ ਮਾਮਲੇ ਬਹੁਤ ਵੱਧਦੇ ਪਏ ਨੇ। ਕਾਰਨ ਇਹ ਹੈ ਕਿ ਲੋਕਾਂ ਨੂੰ ਬੜਾ ਚਾਅ ਹੈ, ਲੋਕਾਂ ਨੂੰ ਇਹ ਰੁਝਾਨ ਵੱਲ ਜਾਣ 'ਚ ਦਿਲਚਸਪੀ ਹੈ ਕਿ ਉਹ ਕੈਨੇਡਾ ਜਾ ਕੇ ਸੈਟਲ ਹੋਣ, ਅਮਰੀਕਾ ਜਾ ਕੇ ਸੈਟਲ ਹੋਣ, ਹੋਰ ਵਿਦੇਸ਼ਾਂ ਜਾ ਕੇ ਸੈਟਲ ਹੋਣ। ਇਸ ਕਰਕੇ ਉਹ ਠੱਗਾਂ ਨੂੰ ਵੀ ਜਾਂ ਏਜੰਟਾਂ ਦੇ ਰੂਪ ਦੇ ਵਿੱਚ ਬਣੇ ਹੋਏ ਠੱਗਾਂ ਨੂੰ ਇਹ ਮੌਕਾ ਮਿਲਦਾ ਕਿ ਕਿਵੇਂ ਠੱਗੀ ਮਾਰਨ, ਆਪਣਾ ਪੈਸਾ ਕਮਾਉਣ, ਭਾਵੇਂ ਦੂਜੇ ਦੀ ਜ਼ਿੰਦਗੀ ਬਰਬਾਦ ਹੋ ਜਾਵੇ। ਔਰ ਇਹ ਬੰਦਾ ਫੜਿਆ ਗਿਆ ਜਿਹਨੇ ਠੱਗੀ ਮਾਰੀ ਸੀ, ਔਰ ਹੋਰ ਵੀ ਜਿਹੜੇ ਠੱਗ ਨੇ ਫੜੇ ਜਾਣ ਤਾਂ ਬਹੁਤ ਵਧੀਆ, ਲੋਕਾਂ ਦੀ ਜ਼ਿੰਦਗੀ ਬਚ ਜਾਏਗੀ। ਇਸ ਜਿਹੜਾ ਬੰਦਾ ਰਿਹਾ ਏਜੰਟ, ਟਰੈਵਲ ਏਜੰਟ, ਇਹਦਾ ਨਾਂ ਹੈਗਾ ਬਰਜੇਸ਼ ਮਿਸ਼ਰਾ। ਇਹਦੀ ਮਾੜੀ ਕਿਸਮਤ ਹੈਗੀ ਕਿ ਆਪ ਹੀ ਕੈਨੇਡਾ ਜਾ ਵੜਿਆ, ਜਿੱਥੇ ਅੱਗੇ ਹੀ ਮਾਮਲਾ ਇੰਨਾ ਭਖਿਆ ਸੀਗਾ, ਇੰਨਾ ਕੁਝ ਉੱਥੇ ਹੋ ਰਿਹਾ ਸੀਗਾ। ਉੱਥੇ ਤਾਂ ਉਹ ਆਪਣੇ ਹੱਥਾਂ ਨੂੰ ਥੁੱਕ ਲਾ ਕੇ ਬੈਠੇ ਸੀ ਸਾਹਮਣੇ ਜਿਹੜੇ ਸਰਹੱਦੀ ਏਜੰਸੀ ਆ ਜਿਨ੍ਹਾਂ ਨੇ ਮੁੰਡਿਆਂ ਨੂੰ ਫੜਿਆ ਵਾ, ਜਿਨ੍ਹਾਂ ਨੇ ਮੁੰਡਿਆਂ 'ਤੇ ਕੇਸ ਕੀਤਾ ਵਾ, ਔਰ ਉਹ ਕੇਸ ਅਜੇ ਚੱਲ ਰਿਹਾ। ਫਿਰ ਸ਼ੇਨ ਫਰੀਜ਼ਰ ਜਿਹੜੇ ਨੇ ਇਹਦੇ ਇਮੀਗ੍ਰੇਸ਼ਨ ਦੇ ਮੰਤਰੀ, ਉਹਨਾਂ ਨੂੰ ਹਦਾਇਤਾਂ ਹੋ ਸੀਗੀਆਂ ਕਿ ਤੁਸੀਂ ਖਾਸ ਤੌਰ 'ਤੇ ਇਹਨਾਂ ਨਾਲ ਮੁਲਾਕਾਤ ਕਰੋ, ਮੁੰਡਿਆਂ ਨਾਲ, ਔਰ ਗੱਲਬਾਤ ਕਰੋ, ਔਰ ਜਿਹੜਾ ਇਹਦਾ ਦੋਸ਼ੀ ਆ ਉਹਨੂੰ ਫੜਨ ਦੇ ਵਿੱਚ ਥੋੜ੍ਹਾ ਸੰਕੋਚ ਨਾ ਕਰੋ, ਡਾਇਰੈਕਟਲੀ ਉਹਨੂੰ ਫੜਨ ਦੀ ਹਮਾਇਤ ਕਰੋ। ਔਰ ਫਰੇਜ਼ਰ ਸਾਹਿਬ ਨੇ ਇਹਦੇ ਨਾਲ ਸਾਰਿਆਂ ਨੂੰ ਅਲਰਟ ਕਰ ਦਿੱਤਾ ਸੀਗਾ। ਉਹ ਉੱਥੇ ਵੈਨਕੂਵਰ ਦੀ ਖਬਰ ਹੈਗੀ ਆ, ਵੈਨਕੂਵਰ ਕੈਨੇਡਾ ਦਾ ਹੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਹੈਗਾ। ਉਸ ਏਰੀਏ 'ਚ ਹੀ ਫੜਿਆ ਗਿਆ। ਉਸੇ ਸਰਹੱਦੀ ਜਿਹੜੀ ਸੁਰੱਖਿਆ ਫੌਜ ਹੈਗੀ ਉਹਨਾਂ ਹੀ ਫੜਿਆ, ਉਹਨਾਂ ਨੇ ਗ੍ਰਿਫਤਾਰ ਕੀਤਾ। ਸਾਡੀ ਪੰਜਾਬ ਪੁਲਿਸ ਨੇ ਨਹੀਂ ਫੜਿਆ ਵੀ ਕੱਲ੍ਹ ਨੂੰ ਪੰਜਾਬ ਪੁਲਿਸ ਦੇ ਸਾਡੇ ਡਾਇਰੈਕਟਰ ਜਨਰਲ ਉਹ ਕਹਿ ਦੇਣ ਜਾਂ ਸਾਡੇ ਕੋਈ ਇੰਸਪੈਕਟਰ ਕਹਿ ਦੇਣ ਕਿ ਅਸੀਂ ਗ੍ਰਿਫਤਾਰ ਕੀਤਾ ਗਾ। ਉੱਥੇ ਤਾਂ ਗੋਲਡੀ ਬਰਾੜ ਨਹੀਂ ਅਜੇ ਤੱਕ ਫੜਿਆ ਗਿਆ ਨਾ ਕੋਈ। ਜੋ ਪੁਲਿਸ ਚਾਹਵੇ ਕੈਨੇਡਾ ਵਾਲੀ ਤਾਂ ਉਹਨਾਂ ਨੇ 2 ਮਿੰਟ ਲਾਉਣੇ ਆ, ਉਹ ਫੜ ਲਿਆ। ਪਰ ਇਹਦੇ ਲਈ ਸਾਰੀਆਂ ਅੱਖਾਂ ਇਹਦੇ ਵੱਲ ਸੀਗੀਆਂ ਪੰਜਾਬ ਦੀਆਂ, ਜਿਹੜੇ ਮਾਪੇ ਵਿਚਾਰੇ ਤਰਾਸਦੀ ਹੰਡਾ ਰਹੇ ਸੀਗੇ, ਔਰ ਮੁੰਡੇ ਵੀ। ਉਹਨਾਂ ਨੂੰ ਦੇਸ਼ਕ ਨਕਾਲਾ ਪੰਜਾਬੀ ਕਹਿੰਦੇ ਆ, ਜਿਹਨੂੰ ਡਿਪੋਰਟੇਸ਼ਨ ਕਹਿੰਦੇ ਆ, ਉਹ ਉਹਦੇ ਲਈ ਆਰਡਰ ਹੋ ਗਏ ਸੀ, ਪਰ ਸਟੇ ਲੈ ਲਿਆ ਸੀ ਉਹਨਾਂ ਨੇ ਜੁਡੀਸ਼ਰੀ ਤੋਂ, ਪਰ ਉਹ ਰੁਕ ਗਏ ਸੀ ਮੁੰਡੇ। ਉਹਨਾਂ ਦੀ ਕਿਸਮਤ ਚੰਗੀ ਹੈਗੀ ਆ, ਹੁਣ ਇਹ ਫੜਿਆ ਗਿਆ। ਹੁਣ ਸਾਰਾ ਇਹਦੇ 'ਤੇ ਹੋਊਗਾ, ਕਿਉਂਕਿ ਇਹਨੇ ਖੰਨਾ ਜੀ ਤੁਸੀਂ ਜਾਣਦੇ ਜੇ ਇਹਨੇ ਸਾਰੇ ਜਿੰਨੇ ਡਾਕੂਮੈਂਟਸ ਆ ਉਹ ਫੇਕ ਲਾਏ ਸੀਗੇ, ਔਰ ਕਿਸੇ ਵੀ ਫਾਰਮ 'ਤੇ ਸਾਈਨ ਇਹਨੇ ਨਹੀਂ ਸੀ ਕੀਤੇ, ਸਾਈਨ ਮੁੰਡਿਆਂ ਦੇ ਕਰਵਾਏ ਸੀਗੇ। ਔਰ ਉਹਦੇ 'ਚ ਜਿਹੜੇ ਉਹ ਇੱਕ ਉਹਨਾਂ ਦੀ ਵੀ ਗਲਤੀ ਹੈਗੀ ਆ, ਜਿਹੜੀ ਐਮਬੈਸੀ ਆ ਉਹਨੇ ਕਿਉਂ ਨਹੀਂ ਉਦੋਂ ਬਾਅਦ ਕਾਰਵਾਈ ਕਰਕੇ ਉਹਨਾਂ ਦੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਨੂੰ ਕਿਉਂ ਨਹੀਂ ਵੈਰੀਫਾਈ ਕੀਤਾ ਕਿ ਕਿੱਥੇ ਕਿੱਥੇ ਕਿ ਵੈਦਰ ਦੇ ਆਰ ਓਰੀਜਨਲ ਔਰ ਫੇਕ, ਕਿ ਉਹਨਾਂ ਨੂੰ ਪਤਾ ਕੀਤਾ ਜਾਵੇ। ਐਮਬੈਸੀ ਦਾ ਕੰਮ ਇਹੀ ਹੁੰਦਾ, ਜਦੋਂ ਅਸੀਂ ਡਾਕੂਮੈਂਟਸ ਲਾਉਂਦੇ ਆ ਉਹਨਾਂ 'ਚ ਉਹਨਾਂ ਨੂੰ ਪਤਾ ਲਾਉਣਾ ਚਾਹੀਦਾ ਕਿ ਸਹੀ ਹੈ ਕਿ ਨਹੀਂ ਸਹੀ। ਜਿਹਦੇ ਵਿੱਚ ਕਈ ਵਾਰੀ ਬੈਂਕਾਂ ਦੇ ਜਿਹੜੇ ਅਮਾਊਂਟ ਹੁੰਦੇ ਆ, ਜਿਹੜਾ ਉਹਨਾਂ ਨੇ ਬੈਲੈਂਸ ਦਿਖਾਇਆ ਹੁੰਦਾ, ਉਹਦੇ 'ਚ ਵੀ ਕਈਆਂ ਨੇ 21 ਦਿਨ ਦਾ ਬੈਲੈਂਸ ਰੱਖਿਆ ਹੁੰਦਾ, ਉਹਦੇ ਵਿੱਚ ਇੰਟਰਸਟ ਦਿੱਤਾ ਹੁੰਦਾ ਤਾਂ ਮੁੜ ਕੇ ਖਾਲੀ ਹੁੰਦਾ ਅਕਾਊਂਟ, ਉਹ 'ਚ ਜ਼ੀਰੋ ਹੀ ਹੁੰਦਾ ਜਾਂ 1000 ਰੁਪਏ ਹੁੰਦਾ। ਇਹਦੇ 'ਚ ਹੀ ਹਰਿਆਣਾ ਦਾ ਮੁੰਡੇ ਕਈ ਫੜੇ ਗਏ ਸੀ ਕੈਨੇਡਾ ਵਿੱਚ ਜਾ ਕੇ ਸਟੱਡੀ ਲਈ, ਔਰ ਕੁਝ ਮੁੰਡੇ ਵੀ ਗਲਤੀਆਂ ਕਰਦੇ ਆ, ਪਰ ਇਹਦੇ ਵਿੱਚ ਜਿਹੜੇ 700 ਮੁੰਡਿਆਂ ਦੀ ਕੋਈ ਗਲਤੀ ਨਹੀਂ, ਡਾਕੂਮੈਂਟਸ ਪੂਰੇ ਆ, ਉਹਨਾਂ ਕੋਲੋਂ ਤਾਂ ਨਹੀਂ ਬਣਾਇਆ, ਡਾਕੂਮੈਂਟ ਇਹਨੇ ਦਿੱਤੇ ਆ, ਔਰ ਇਹਨੇ ਲੱਖਾਂ ਰੁਪਈਆ ਉਹਨਾਂ ਕੋਲ ਲਿਆ, 35 ਲੱਖ ਪਰ ਹੈਡ ਬੱਚਿਆਂ ਕੋਲ ਲਿਆ। ਬਹੁਤ ਜ਼ਿਆਦਾ ਠੱਗਿਆ। ਹਾਂ, ਇਹ ਬੱਸ ਸਟੈਂਡ ਦੇ ਨੇੜੇ ਆ ਇਹਦੀ ਕੰਪਨੀ ਜਿਹਦਾ ਨਾਂ ਸੀਗਾ, ਤੇ ਉਹ ਟਰੈਵਲ ਏਜੰਟ ਦੀ, ਪਰ ਇਹ ਅਪਰੂਵਡ ਵੀ ਨਹੀਂ, ਰਜਿਸਟਰਡ ਵੀ ਨਹੀਂ, ਇਹ ਲਾਇਸੈਂਸ ਹੋਲਡਰ ਵੀ ਨਹੀਂ ਗਾ, ਇਸ ਕਰਕੇ ਇਹ ਅੰਦਰ ਹੋਗਾ। 420 120 20 ਤੇ ਜਿਹੜੀਆਂ ਧਾਰਾ ਨੇ ਇਹ ਪੰਜਾਬ ਗੌਰਮੈਂਟ ਵੀ ਲਾਊਗੀ। ਹੁਣ ਕੈਨੇਡਾ ਗੌਰਮੈਂਟ ਕੀ ਕਰਦੀ ਆ, ਇਹਦੇ ਵੱਲ ਸਾਰਿਆਂ ਦੀ ਨਿਗਾਹ ਸੀਗੀ, ਔਰ ਸਾਡੇ ਇਹ ਸਟੂਡੈਂਟਸ ਲਈ, ਵਿਦਿਆਰਥੀਆਂ ਲਈ, ਉਹਨਾਂ ਦੇ ਮਾਪਿਆਂ ਲਈ, ਔਰ ਪੰਜਾਬ ਦੇ ਵਸਨੀਕਾਂ ਲਈ ਵੱਡੀ ਖਬਰ ਹੈ, ਖੁਸ਼ਖਬਰੀ ਹੈ, ਔਰ ਖੁਸ਼ਖਬਰੀ ਤੇ ਖੁਸ਼ੀ ਭਰੀ ਖਬਰ ਹੈ, ਗੁੱਡ ਨਿਊਜ਼ ਜਿਹਨੂੰ ਅਸੀਂ ਕਹਿੰਦੇ ਹਾਂ। ਗੁੱਡ ਨਿਊਜ਼ ਹੈ। ਹੁਣ ਉਹ ਸਾਰਾ ਪੈਸਾ ਜਾਂ ਜੋ ਵੀ ਬਰਾਮਦ ਹੋਵੇ, ਉਹ ਜ਼ਿੰਦਗੀਆਂ ਜਿਨ੍ਹਾਂ ਦੇ ਉੱਤੇ ਤਸ਼ੱਦਦ ਹੋਇਆ ਹੈ ਉਹਨੂੰ ਕਿੱਦਾਂ ਅਸੀਂ ਰਿਕਵਰ ਕਰ ਸਕਦੇ, ਇਹ ਸਾਰੇ ਕੁਐਸਚਨਸ ਨੇ, ਇਹ ਸਾਰੇ ਸਾਡੇ ਸਾਹਮਣੇ ਇਕੁਆਇਰੀਜ਼ ਰਹਿਣਗੀਆਂ। ਪਰ ਬੰਦਾ ਫੜਿਆ ਗਿਆ, ਚਲੋ ਇੱਕ ਸਟੈਪ ਤੇ ਹੋਇਆ, ਉਸ ਤੋਂ ਅੱਗੇ ਦੇਖੋ ਹੁਣ ਕੀ ਰਾਜ਼ ਖੁੱਲ੍ਹਦੇ ਨੇ। ਇਹ ਔਰ ਦੂਜੀ ਗੱਲ ਇਹ ਹੈ ਬਲਕਾਰ ਜੀ, ਮੁੰਡੇ ਸੱਚੇ ਨੇ ਬਿਲਕੁਲ। ਇਹ ਜਿਹੜਾ ਏਜੰਟ ਹੈ ਨਾ, ਇਹ ਇਕੱਲਾ ਨਹੀਂ ਹੋਏਗਾ, ਇਹਦਾ ਪੂਰਾ ਨੈਟਵਰਕ ਹੋਏਗਾ। ਗੁਰਨਾਮ ਸਿੰਘ ਵੀ ਉਹਨੇ ਜੇ ਫੜਿਆ ਗਿਆ, ਸਾਰਾ ਨੈਟਵਰਕ ਫੜਿਆ ਜਾਏਗਾ। ਇਹਦੇ ਨਾਲ ਹੋਰ ਇੱਕ ਪੂਰੀ ਟੀਮ ਹੈ ਇਹਨਾਂ ਦੀ, ਇਹ ਜਿੱਦਾਂ ਨਹੀਂ ਹਾਕੀ ਦੀ ਟੀਮ ਖੇਡਣ ਵਾਲੇ ਜਿਹੜੇ ਹੈਗੇ ਆ, ਇਹ ਹੈਗੇ ਟਰੈਵਲ ਏਜੰਟਾਂ ਦੀ ਟੀਮ ਪੂਰੀ ਦੀ। ਬਿਲਕੁਲ, ਕਹਿੰਦੇ ਨੇ ਚੋਰੀ, ਯਾਰੀ ਤੇ ਠੱਗੀ ਇਹ ਬਿਨਾਂ ਨੈਟਵਰਕ ਤੋਂ ਨਹੀਂ ਹੋ ਸਕਦੀ, ਇਕੱਲਾ ਨਹੀਂ ਕਰ ਸਕਦਾ। ਹਾਂ, ਸੋ ਇੱਥੇ ਵੀ ਨੈਟਵਰਕ ਹੈਗਾ, ਫੜਿਆ ਜਾਏ ਤਾਂ ਬਹੁਤ ਹੀ ਵਧੀਆ। ਨਹੀਂ, ਖੁਸ਼ੀ ਦੀ ਗੱਲ ਹੈ ਉਹਦੇ ਲਈ ਤਾਂ, ਨਹੀਂ ਖੁਸ਼ੀ ਦੀ ਗੱਲ, ਪਰ ਸਾਡੇ ਵਿਦਿਆਰਥੀਆਂ ਲਈ, ਉਹਨਾਂ ਦੇ ਮਾਪਿਆਂ ਲਈ, ਜਿਹੜੇ ਬੱਚੇ ਉੱਥੇ ਵਿਚਾਰੇ ਤੁਰੇ ਫਿਰਦੇ ਆ, ਉਹਦੇ ਵਿੱਚ ਗੁਰਦੁਆਰਾ ਸਾਹਿਬਾਨ ਦੀਆਂ ਜਿਹੜੀਆਂ ਮੈਨੇਜਮੈਂਟ ਪ੍ਰਬੰਧਕ ਕਮੇਟੀਆਂ, ਉਹਨਾਂ ਨੇ ਬੱਚਿਆਂ ਨੂੰ ਕੱਪੜਾ ਲੱਤਾ, ਖਾਣ ਪੀਣ ਲਈ, ਰਹਿਣ ਲਈ ਸਾਰਾ ਸ਼ੈਲਟਰ ਦਿੱਤੀ ਹੈ। ਬੜੀ ਵੱਡੀ ਗੱਲ ਹੈ। ਉਦੋਂ ਤੋਂ ਬੱਚੇ ਜਿਹੜੇ ਤੇ ਘਰ ਬੇਘਰ ਹੋ ਗਏ ਸੀ, ਸੜਕਾਂ 'ਤੇ ਤੁਰੇ ਫਿਰਦੇ ਸੀ। ਕੈਨੇਡੀਅਨ ਗੌਰਮੈਂਟ ਨੇ ਤਾਂ ਚਲੋ ਉਹਨਾਂ ਨੂੰ ਲੀਗਲੀ ਤੌਰ 'ਤੇ ਵੇਖਣਾ,
ਰੋਟੀ ਉਹਨਾਂ ਦੇ ਰਹਿਣ ਲਈ ਤੇ ਨੀਂਦ ਪੂਰੀ ਕਰਨ ਲਈ, ਤੇ ਪੰਜਾਬ ਦੇ ਲੋਕ ਨੇ ਜਾਂ ਜਿਹੜੇ ਪੰਜਾਬ ਦੇ ਗੁਰਦੁਆਰਾ ਦੇ ਪ੍ਰਬੰਧਕ ਮੈਨੇਜਰ ਤੇ ਚੇਅਰਮੈਨ ਨੇ, ਉਹਨਾਂ ਨੂੰ ਬਹੁਤ ਵੱਡੀ ਖਬਰ ਆ। ਉਹਨਾਂ ਨੇ ਬਹੁਤ ਉਹਨਾਂ ਦੀ ਸੁਵਿਧਾ ਦਿੱਤੀਆਂ, ਸਹੂਲਤਾਂ ਦਿੱਤੀਆਂ। ਪੰਜਾਬੀ ਜਿੱਥੇ ਚਲੇ ਜਾਂਦੇ ਆ ਜੰਗਲ 'ਚ ਮੰਗਲ ਤਾਂ ਲਾ ਦਿੰਦੇ ਆ। ਵਿਪਤਾ ਤਾਂ ਪੈ ਹੀ ਜਾਂਦੀ ਸਾਰਿਆਂ ਨੂੰ। ਇਹ ਕੋਈ ਵਿਪਤਾ ਇਹਨਾਂ ਆਪ ਨਹੀਂ ਛੇੜੀ, ਵਿਪਤਾ ਤਾਂ ਉਹਨੇ ਛੇੜੀ ਇਹਨਾਂ ਦੀ। ਬਿਲਕੁਲ ਇਹਦਾ ਜੀ ਕਰਦਾ ਬੱਚੇ ਦਾ ਕਿ ਮੈਂ ਗਲਤ ਕਾਗਜ਼ ਦੇ ਕੇ ਉੱਥੇ ਪਹੁੰਚ ਜਾਵਾਂ। ਇੱਕ ਹੋਵੇ, ਦੋ ਹੋਵੇ, 700 ਬੱਚਾ ਇਹਦੇ ਲਈ ਚਲੇ ਗਿਆ। ਬਿਲਕੁਲ ਗਲਤ ਰਾਹ ਦਿਖਾਉਣ ਵਾਲੇ ਵੀ ਆ, ਫਸਾਉਣ ਵਾਲੇ ਵੀ ਆ। ਫਸਾਉਣ ਵਾਲੇ ਚਲੋ ਆਪਾਂ ਅੱਗੇ ਝੂਠ ਚੱਲੀਏ। ਤਾਂ ਝੂਠ ਹੀ ਆ, ਸਾਹਮਣੇ ਆ ਹੀ ਜਾਂਦਾ। ਬਿਲਕੁਲ ਆ ਜਾਂਦਾ ਹੈ। ਹਾਂ, ਝੂਠ ਸੱਚ ਇਹਦਾ ਨਿਤਾਰਾ ਹੋਣਾ ਚਾਹੀਦਾ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਸੋ ਵਿਰੋਧੀ ਧਿਰਾਂ ਵੀ ਕੁਝ ਖਿਚੜੀ ਪਕਾਉਂਦੀਆਂ ਪਈਆਂ। ਤੁਹਾਨੂੰ ਖੁਸ਼ਬੂ ਆਉਣ ਲੱਗ ਪਈ ਹੋਏਗੀ, ਮੈਨੂੰ ਪਤਾ ਹੈ। ਬੜੀ ਗਰਮ ਗਰਮ ਖਿਚੜੀ। ਸੋ ਪਟਨਾ ਸਾਹਿਬ ਦੇ ਵਿੱਚ ਇਹ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋਈਆਂ ਨੇ। ਨਿਤਿਸ਼ ਕੁਮਾਰ ਜੀ ਔਰ ਖੜਕੇ ਸਾਹਿਬ ਔਰ ਕੇਜਰੀਵਾਲ ਸਾਹਿਬ ਤਾਂ ਆਪਣੀਆਂ ਕੰਡੀਸ਼ਨਸ ਹੀ ਲਗਾਉਂਦੇ ਰਹੇ ਨੇ। ਇਹ 13-15 ਪਾਰਟੀਆਂ ਸਾਰੀਆਂ ਇਕੱਠੀਆਂ ਹੋ ਕੇ ਇਹਨਾਂ ਨੇ ਆਪਸ ਦੇ ਵਿੱਚ 17 ਪਾਰਟੀਆਂ ਇਹਨਾਂ ਨੇ ਆਪਸ ਦੇ ਵਿੱਚ ਮਿਲ ਕੇ ਇਹ ਡਿਸਾਈਡ ਕੀਤਾ ਕਿ ਅਸੀਂ 2024 ਦੀਆਂ ਇਲੈਕਸ਼ਨਸ ਇਕੱਠੇ ਲੜਾਂਗੇ ਔਰ ਬੀਜੇਪੀ ਨੂੰ ਇੱਕ ਕੜੀ ਚੁਣੌਤੀ ਦੇਵਾਂਗੇ। ਸੋ ਉਹਦੇ ਵਿੱਚ ਕੇਜਰੀਵਾਲ ਸਾਹਿਬ ਆਪਣੀ ਗੱਲ ਲੈ ਕੇ ਆ ਗਏ ਕਿ ਆਰਡੀਨੈਂਸ ਨੂੰ ਲੈ ਕੇ ਪਹਿਲਾਂ ਕਾਂਗਰਸ ਆਪਣਾ ਸਟੈਂਡ ਕਲੀਅਰ ਕਰੇ ਤੇ ਫਿਰ ਕੋਈ ਗੱਲਬਾਤ ਅੱਗੇ ਵੱਧ ਸਕਦੀ ਹੈ। ਉਹ ਖੜਕੇ ਸਾਹਿਬ ਨੂੰ ਵੀ ਕਹਿਣ ਲੱਗ ਪਏ ਕਿ ਤੁਸੀਂ ਉਦੋਂ ਤੱਕ ਗੱਲ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਆਪਣਾ ਸਟੈਂਡ ਕਲੀਅਰ ਨਾ ਕਰੋ। ਤਾਂ ਖੜਕੇ ਸਾਹਿਬ ਫਿਰ ਥੋੜ੍ਹੇ ਤੱਤੇ ਹੋਏ, ਬਈ ਪਹਿਲਾਂ ਇਹ ਗੱਲ ਤਾਂ ਨਿਬੇੜ ਲਈਏ, ਉਹ ਸਟੈਂਡ ਦੀ ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਜਿਸ ਕੰਮ ਵਾਸਤੇ ਇਕੱਠੇ ਹੋਏ ਆ ਉਹ ਕਿਸੇ ਨਤੀਜੇ ਤੇ ਪਹੁੰਚੀਏ। ਤਾਂ ਹੁਣ ਦੇਖੋ ਅਗਲੀ ਮੀਟਿੰਗ ਵੀ ਸ਼ਿਮਲਾ ਦੇ ਵਿੱਚ ਫਿਕਸ ਹੋਈ ਹੈ। ਹੁਣ ਕੀ ਸਭ ਨਿਕਲਦਾ ਵਿੱਚੋਂ, ਇਹ ਜਾਦੂ ਦੇ ਪਟਾਰੇ ਵਿੱਚੋਂ, ਇਹ ਦੇਖਣ ਵਾਲੀ ਗੱਲ ਹੈ। ਮੈਂ ਖਿਚੜੀ ਦੀ ਗੱਲ ਕੀਤੀ ਸੀ, ਤੁਹਾਨੂੰ ਖੁਸ਼ਬੂ ਆ ਰਹੀ ਹੈ। ਮੈਂ ਖਿਚੜੀ ਦੀ ਗੱਲ ਦਾ ਜਿਹੜਾ ਜਵਾਬ ਦੇਵਾਂਗਾ, ਪਲਟਵਾਰ ਨਹੀਂ ਦਾ। ਮੈਂ ਤੇ ਇਹ ਦੱਸੂਗਾ ਕਿ ਜਿਹੜੀ ਖਿਚੜੀ ਪਕਾਈ ਹੈਗੀ ਹੈ, ਸਤਨਾਜਾ ਇਹ 'ਚ ਪਾਇਆ ਜਾਂਦਾ। 7 ਅਨਾਜ ਹੁੰਦੇ ਆ ਖਿਚੜੀ ਜਦੋਂ ਪਕਾਉਂਦੇ ਆ। ਅੱਛਾ ਜੀ। ਬਿਮਾਰਾਂ ਲਈ ਵੀ ਹੁੰਦੀ ਹੈ, ਬੱਚਿਆਂ ਲਈ ਵੀ ਹੁੰਦੀ ਹੈ, ਸਾਰਿਆਂ ਲਈ ਹੁੰਦੀ ਹੈ। ਪੰਜਾਬ ਦੇ ਵਿੱਚ ਬੜਾ ਮਨ ਭਾਉਂਦਾ ਖਾਣਾ ਬਣਾਉਂਦੇ ਰਹੇ। ਆ ਕਾਦੇ ਵਾਸਤੇ ਹੈ? ਇਹ ਵੀ ਸਤਨਾਜਾ ਹੀ ਹੈ। ਸਤਨਾਜਾ ਮਤਲਬ ਇਹ ਵਣ ਦੀ ਲੱਕੜੀ ਨੂੰ ਕਹਿ ਲਓ। ਵਣ ਦੀ ਲੱਕੜੀ ਮਤਲਬ ਵਣ ਹੋ ਗਿਆ ਜੰਗਲ, ਲੱਕੜੀ ਹੋ ਗਈ, ਇੱਕ ਟਾਹਲੀ, ਇੱਕ ਕਿੱਕਰ, ਇੱਕ ਸ਼ਤੂਤ, ਇੱਕ ਫਗਵਾੜਾ, ਇੱਕ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਰਲ ਕੇ ਫਿਰ ਇਹ ਬਣਦਾ। ਔਰ ਇਹਦੇ ਵਿੱਚ ਜਿਹੜੇ ਆਗੂ ਨੇਤਾ ਨੇ ਪਹੁੰਚੇ ਨੇ ਉੱਥੇ, ਨੈਸ਼ਨਲ ਪਾਰਟੀ ਤੇ ਤੁਹਾਨੂੰ ਪਤਾ ਕਾਂਗਰਸ ਹੈਗੀ ਆ, ਔਰ ਨਿਤਿਸ਼ ਕੁਮਾਰ ਦੇ ਇਨਵੀਟੇਸ਼ਨ ਨਾਲ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਪਟਨਾ ਸਾਹਿਬ ਦੇ, ਉਹਨਾਂ ਨੇ ਬੁਲਾਇਆ। ਖਰਚਾ ਉਹਨਾਂ ਨੇ ਝੱਲਿਆ ਸਾਰਾ ਕੁਝ। ਔਰ ਉਹਦੇ ਵਿੱਚ ਅਖਿਲੇਸ਼ ਯਾਦਵ ਜਿਹੜੇ ਹੈਗੇ ਆ ਯੂਪੀ ਦੇ, ਜਿਹੜੀ ਉਹਨਾਂ ਦੀ ਪਾਰਟੀ ਆ ਸਮਾਜਵਾਦੀ ਪਾਰਟੀ, ਔਰ ਉਹਦੇ ਵਿੱਚ ਲਾਲੂ ਯਾਦਵ ਜੀ, ਉਹਨਾਂ ਦਾ ਬੇਟਾ ਜਿਹੜਾ ਉਪ ਮੁੱਖ ਮੰਤਰੀ ਆ ਬਿਹਾਰ ਦਾ, ਔਰ ਉਹਦੇ 'ਚ ਮਮਤਾ ਬੈਨਰਜੀ ਉਹ ਵੀ ਗਏ, ਰਾਹੁਲ ਗਾਂਧੀ ਜੀ ਵੀ ਗਏ ਆ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹਦੇ ਵਿੱਚੋਂ ਕੇਜਰੀਵਾਲ ਸਾਹਿਬ ਨੇ ਵੀ ਆਪਣੇ ਰਾਗ ਅਲਾਪ ਦੇ ਰਹੇ। ਵੈਸੇ ਗੱਲ ਹੈ ਉਹਨਾਂ ਦੇ ਸਿਰ ਤੇ ਪਈ ਆ। ਜਿਹਦੇ ਸਿਰ ਤੇ ਡਿੱਗਦਾ ਨਾ ਕੁਛ, ਜਾਂ ਜਿਹਦੇ ਸਿਰ ਤੇ ਆ ਕੇ ਗਾਡਰ ਡਿੱਗਦਾ, ਉਹਨੂੰ ਹੀ ਪਤਾ ਹੁੰਦਾ ਮੈਨੂੰ ਬਚਾਓ, ਮੈਨੂੰ ਬਚਾਓ। ਹੁਣ ਜਿਹੜਾ ਇਹ ਗਾਡਰ ਆ ਜਾਂ ਜੋ ਇਹ 'ਤੇ ਮਲਬਾ ਇਹਦੇ 'ਤੇ ਕੇਜਰੀਵਾਲ 'ਤੇ ਡਿੱਗਾ, ਕਿਉਂਕਿ ਦਿੱਲੀ ਤੋਂ ਸ਼ੁਰੂ ਕਰ ਰਿਹਾ, ਫਿਰ ਹੌਲੀ ਸਾਰੇ ਇਹਦੇ ਵਿੱਚ ਗ੍ਰਿਫਤ ਹੋ ਜਾਣਗੇ, ਸਾਰੇ ਆ ਜਾਣਗੇ ਜਾਂ ਸਾਰੇ ਫੜੇ ਜਾਣਗੇ। ਉਹ ਗੱਲ ਹੈਗੀ ਆ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਵੀ ਮੁੱਖ ਮੰਤਰੀ ਜਸਟ ਇੱਕ ਕਲਰਕ ਵਜੋਂ ਹੀ ਸਾਹਮਣੇ ਉਹਨਾਂ ਦਾ ਨਜ਼ਰ ਆਊਗਾ। ਪਾਵਰ ਜਿਹੜੀ ਹੈਗੀ ਉਹ ਕੇਂਦਰ ਕੋਲ ਹੋਊਗੀ, ਪ੍ਰਧਾਨ ਮੰਤਰੀ ਕੋਲ ਹੋਊਗੀ, ਗ੍ਰਹਿ ਮੰਤਰੀ ਕੋਲ ਹੋਊਗੀ। ਉਹੀ ਆਰਡੀਨੈਂਸ ਜਾਰੀ ਕਰਨਗੇ, ਉਹੀ ਆਰਡਰ ਹੋਣਗੇ, ਉਹ ਸਾਰਾ ਕੁਝ ਪਾਰਲੀਮੈਂਟ 'ਚ ਡਿਸਕਸ ਹੋਊਗਾ, ਮੰਤਰੀ ਮੰਡਲ ਗੱਲ ਕਰੂਗਾ, ਲੋਕ ਸਭਾ 'ਚ ਆਊਗਾ, ਰਾਜ ਸਭਾ 'ਚ ਆਊਗਾ। ਇਹਨਾਂ ਦੀ ਪੁੱਛ ਪੜਤਾਲ ਹਟ ਜੂਗੀ। ਇਹ ਮਸਲਾ ਵੈਸੇ ਉਹਨਾਂ ਨੇ ਉੱਥੇ ਡਿਸਕਸ ਕਰ ਲਿਆ ਵਾ, ਗੱਲ ਹੋ ਗਈ ਹੈ। ਪਰ ਮੇਨ ਮਸਲਾ ਉਹਨਾਂ ਦਾ ਇਹ ਸੀਗਾ ਕਿ ਜਿਹੜੀ ਉਹਨਾਂ ਨੇ ਗੱਠਜੋੜ ਬਣਾਉਣਾ ਸਾਰਾ ਪਾਰਟੀਆਂ ਦਾ, ਐਂਡ ਜਿਹੜੀ ਭਾਜਪਾ ਦੇ ਅਗੇਂਸਟ, ਭਾਜਪਾ ਦਾ ਜਿਹੜੀ ਹੈਗੀ ਆ ਉਹਨੂੰ ਹਰਾਉਣ ਲਈ, ਕਿਉਂਕਿ ਅਗਲੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਜਪਾ ਫਿਰ ਨਾ ਜੇਤੂ ਕਰਾਰ ਦਿੱਤੀ ਜਾਵੇ। ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ 16 ਸਟੇਟਾਂ ਦੇ ਵਿੱਚ ਸਾਡੀ ਜਿਹੜੀ ਆ ਆਪੋਜੀਸ਼ਨ ਦੀ ਸਰਕਾਰ ਬਣ ਗਈ ਆ। ਹਿਮਾਚਲ 'ਚ ਬਣ ਗਈ, ਕਰਨਾਟਕਾ 'ਚ ਬਣ ਗਈ ਆ, ਰਾਜਸਥਾਨ 'ਚ ਆ, ਹੋਰ ਵੀ ਪ੍ਰਦੇਸ਼ਾਂ ਦੇ ਵਿੱਚ, ਤੇਲੰਗਾਨਾ, ਹੋਰ ਵੀ ਸੂਬਿਆਂ 'ਚ ਇਹਨਾਂ ਦੀ ਸਰਕਾਰਾਂ ਇਸ ਵੇਲੇ ਬਣ ਚੁੱਕੀਆਂ। ਪਰ ਅਗਲਾ ਸੁਪਨਾ ਇਹਨਾਂ ਦਾ ਇਹ ਹੈਗਾ ਕਿ ਅਸੀਂ ਆਪਣਾ ਹੀ ਪ੍ਰਧਾਨ ਮੰਤਰੀ ਬਣਾਈਏ, ਕਿਉਂਕਿ ਇਹ ਕੋਈ ਵੱਡੀ ਸੁਖਣਾ ਨਹੀਂ ਜਾਂ ਵੱਡੀ ਜਿਹੜੀ ਜਦੋਜਹਿਦ ਨਹੀਂ ਕਿ ਹਰ ਵਾਰੀ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਮੋਦੀ ਸਾਹਿਬ ਹੀ ਬਣਨ, ਇਹਨਾਂ ਨੇ ਕਿਹਾ। ਪਰ ਦੂਜੇ ਪਾਸੇ ਜਿਹੜੀ ਐਲਾਨਨਾਮਾ ਹੋ ਗਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ, ਉਹਨਾਂ ਨੇ ਕਹਿਤਾ 300 ਸੀਟ ਤੋਂ ਥੱਲੇ ਨਹੀਂ ਅਸੀਂ ਰਹਾਂਗੇ, ਅਗਲਾ ਪ੍ਰਧਾਨ ਮੰਤਰੀ ਸਾਡਾ ਨਰਿੰਦਰ ਮੋਦੀ ਸਾਹਿਬ ਹੀ ਹੋਣਗੇ। ਉਹਨਾਂ ਨੇ ਬਕਾਇਦਾ ਕਹਿਤਾ, ਆਂਦਾ ਐਗਜ਼ੈਕਟ ਪੋਲ ਛਾਣ ਪੂਣ ਲਵੋ, ਖਬਰਾਂ ਸੁਣ ਲਓ, ਮੀਡੀਆ 'ਤੇ ਚਲੇ ਜਾਓ, ਲੋਕਾਂ ਨਾਲ ਗੱਲਬਾਤ ਕਰ ਲਓ, ਅਸੀਂ 300 ਸੀਟਾਂ ਜਿੱਤਾਂਗੇ। ਦੂਜੇ ਪਾਸੇ ਖੜਗਾ ਸਾਹਿਬ ਨੇ ਕਿਹਾ ਹੈਗਾ, ਕੇਜਰੀਵਾਲ ਸਾਹਿਬ ਨੇ ਕਿਹਾ ਆਪੋ ਵਿੱਚ ਵੀ ਜਿਹੜੀ ਭਾਰਤ ਜੋੜੋ ਯਾਤਰਾ ਕੀਤੀ ਆ ਰਾਹੁਲ ਗਾਂਧੀ ਨੇ, ਇਹਦੇ ਵਿੱਚ ਇਹਦਾ ਕੋਈ ਦੂਜਾ ਜਵਾਬ ਨਹੀਂ। ਇਹ ਬਹੁਤ ਵਧੀਆ ਗੱਲ ਕਰ ਲਈ ਹੈ, ਲੋਕਾਂ ਤੱਕ ਪਹੁੰਚੇ ਆ, ਲੋਕਾਂ ਦੀਆਂ ਜਿਹੜੀਆਂ ਇਹਨਾਂ ਨੇ ਸ਼ਿਕਾਇਤਾਂ ਸੁਣੀਆਂ, ਸਮੱਸਿਆਵਾਂ ਨੂੰ ਹੱਲ ਕੀਤਾ ਵਾ। ਉਹ ਵੀ ਇਹਨਾਂ ਨੇ ਕਿਹਾ ਕਿ ਕਾਂਗਰਸ ਨੇ ਬਹੁਤ ਵੱਡਾ ਕੰਮ ਕੀਤਾ।
ਹੁਣ ਦੂਜੇ ਪਾਸੇ ਰਹੀ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ, ਉਹ ਜਿਹੜਾ ਹੈਗਾ ਸੀ ਉਹ ਗੁਣਾ ਜਿਹੜਾ ਪੈ ਰਿਹਾ ਸੀਗਾ ਨਿਤਿਸ਼ ਕੁਮਾਰ ਤੇ ਪੈ ਰਿਹਾ ਸੀਗਾ, ਰਾਹੁਲ ਗਾਂਧੀ ਤੇ ਅਜੇ ਕੋਈ ਗੱਲ ਨਹੀਂ ਹੋਈ, ਹਾਲਾਂਕਿ ਉਹ ਨੈਸ਼ਨਲ ਪਾਰਟੀ ਹੈ। ਪਰ ਜਿਹੜੇ ਇਸ ਵੇਲੇ ਲਾਈਮਲਾਈਟ 'ਚ ਨੇ ਅੱਗੇ ਆਉਣ ਵਾਲੇ ਉਹ ਸਿਰਫ ਨਿਤਿਸ਼ ਕੁਮਾਰ ਹੈਗੇ ਆ। ਮਮਤਾ ਬੈਨਰਜੀ ਨੇ ਵੀ ਉਹਨਾਂ ਦੀ ਇਸ ਗੱਲ ਦੀ ਸਹਾਰਨਾ ਕੀਤੀ ਆ, ਪ੍ਰੋੜਤਾ ਕੀਤੀ ਆ ਕਿ ਨਿਤਿਸ਼ ਕੁਮਾਰ ਜੀ ਹੋ ਸਕਦੇ ਆ। ਵੇਖੋ ਹੁਣ ਅੱਗੇ ਕੀ ਬਣਦਾ। ਪਹਿਲਾਂ ਤਾਂ ਇਹਨਾਂ ਨੂੰ ਬਹੁਤ ਮਤ ਲੈਣਾ ਚਾਹੀਦਾ ਤਾਂ ਦੇ ਬਣਾ ਸਕਦੇ ਸਰਕਾਰ। ਆਪਸ ਦੇ ਵਿੱਚ ਲੜੀ ਨਾ ਜਾਣ, ਮੈਂ ਪ੍ਰਧਾਨ ਮੰਤਰੀ ਬਣਨਾ, ਮੈਂ ਪ੍ਰਧਾਨ ਮੰਤਰੀ ਬਣਨਾ, ਔਰ ਬੀਜੇਪੀ ਦੇ ਤੁਸੀਂ ਵਿਰੁੱਧ ਖੜੇ ਹੋਣ ਵਾਲੇ ਹੋ ਤੇ ਤੁਸੀਂ ਜੇ ਆਪ ਚ ਫੁੱਟ ਪਾ ਕੇ ਬਹਿ ਗਏ ਤੇ ਫਿਰ ਖੜੇ ਕਿਵੇਂ ਹੋਵੋਗੇ? ਉਹ ਨਹੀਂ ਲੜਦੇ, ਉਹ ਤਾਂ ਉਹਨਾਂ ਦਾ ਪ੍ਰਧਾਨ ਮੰਤਰੀ ਪੱਕਾ ਨਰਿੰਦਰ ਮੋਦੀ ਸਾਹਿਬ ਹੀ ਆ। ਇਹ ਨਹੀਂ ਹੈਗਾ ਵੀ ਰਾਜਨਾਥ ਜੀ ਅੱਗੇ ਆ ਜਾਣਗੇ, ਹੈ ਨਾ, ਸੀਤਾਰਮਨ ਜੀ ਅੱਗੇ ਆ ਜਾਣਗੇ, ਜਾਂ ਆਪਣੇ ਅਮਿਤ ਸ਼ਾਹ ਜੀ ਆ ਜਾਣਗੇ। ਕੋਈ ਨਹੀਂ ਕਹਿੰਦਾ ਉਹਦੇ ਲਈ। ਉਹ ਕਹਿੰਦੇ ਅਸੀਂ ਮੰਤਰੀ ਮੰਡਲ ਸੰਭਾਲਾਂਗੇ, ਪ੍ਰਧਾਨ ਮੰਤਰੀ ਇਕੱਲੇ ਤੇ ਇਕੱਲੇ ਨਰਿੰਦਰ ਮੋਦੀ ਜੀ ਹੋਣਗੇ। ਪਤਾ ਕੀ ਹੁੰਦਾ ਲੜਾਈ ਝਗੜਾ ਕਿਉਂ ਹੁੰਦਾ? ਇਸ ਕਰਕੇ ਜਿੱਦਾਂ ਮੈਂ ਵਣਮਣ ਦੀ ਲੱਕੜੀ ਕਿਹਾ ਜਾਂ ਸਤਨਾਜ ਜਾ ਕਿਹਾ, ਉਹਨਾਂ ਦੀ ਆਪਸੀ ਜਿਹੜੀ ਆ ਇਕਸੁਰਤਾ, ਜਿਹਨੂੰ ਸਿਮਿਲੈਰਿਟੀ ਆਂਦੇ, ਉਹ ਘੱਟ ਬਣਦੀ। ਏਕਤਾ ਤਦ ਕਰਕੇ ਨਹੀਂ ਬਣਦੀ। ਇਹ ਟੱਬਰ 'ਚ ਵੀ ਹੁੰਦੀ ਹੈ, ਇਹ ਪਾਰਟੀਆਂ 'ਚ ਨਹੀਂ, ਪਰਿਵਾਰ ਦੇ ਵਿੱਚ ਵੀ। ਜੇ ਦੋ ਦਾ ਮੂੰਹ ਐਨੂੰ ਤੇ ਜਿਹਦਾ ਉਹਨੂੰ ਤੇ ਬਾਪੂ ਇਕੱਲਾ ਰਹਿ ਜਾਂਦਾ। ਬਾਪੂ ਇਕੱਲਾ ਰਹਿ ਜਾਂਦਾ। ਇੱਕ ਗੱਲ ਇਹ ਸੋਚਣ ਵਾਲੀ ਹੈ ਕਿ ਜਿੱਦਾਂ ਕੇਜਰੀਵਾਲ, ਤੁਸੀਂ ਠੀਕ ਕਹਿ ਰਹੇ ਹੋ, ਮੁਸੀਬਤ ਬਣੀ ਹੈ ਤੇ ਬੰਦਾ ਰੌਲਾ ਪਾਉਂਦਾ ਹੀ ਹੈ। ਹੁਣ ਉਹ ਰੌਲਾ ਪਾ ਰਹੇ ਨੇ। ਜੇ ਇਹ ਕਿਤੇ ਤਜਰਬਾ ਕਾਮਯਾਬ ਹੋ ਗਿਆ, ਮੰਨ ਲਓ ਦਿੱਲੀ ਦੇ ਵਿੱਚ ਕਬਜ਼ਾ ਹੋ ਗਿਆ ਸੈਂਟਰ ਦਾ ਤੇ ਮੁੱਖ ਮੰਤਰੀ ਦੀਆਂ ਪਾਵਰਸ ਨੂੰ ਸੀਮਿਤ ਕਰ ਦਿੱਤਾ ਗਿਆ ਜੀ, ਔਰ ਫਿਰ ਉਹੀ ਐਕਸਪੈਰੀਮੈਂਟ ਪੂਰੇ ਭਾਰਤ ਵਿੱਚ ਕੀਤਾ ਗਿਆ ਕਿ ਜਿਹੜੇ 33 ਰਾਜਪਾਲ ਤੇ ਉਪ ਰਾਜਪਾਲ ਨੇ, ਉਹਨਾਂ ਦੇ ਜ਼ਰੀਏ ਸਰਕਾਰ ਚਲਾਉਣ ਦੀ ਕੋਸ਼ਿਸ਼ ਹੋਈ ਤਾਂ ਮੁੱਖ ਮੰਤਰੀ ਇੱਕ ਐਡਵਾਈਜ਼ਰੀ ਕਮੇਟੀ ਦੇ ਵਿੱਚ ਬਿਠਾ ਦਿੱਤੇ ਗਏ, ਸਾਰੀਆਂ ਪਾਵਰਸ ਖਿੱਚ ਲਈਆਂ ਗਈਆਂ, ਸੈਂਟਰ ਕੋਲ ਚਲੀਆਂ ਗਈਆਂ ਤੇ ਪੂਰੇ ਭਾਰਤ ਦਾ ਜਿਹੜਾ ਲੋਕਤੰਤਰ ਦਾ ਢਾਂਚਾ ਹੈ ਉਹਦਾ ਕੀ ਬਣੂ? ਇਹ ਲੋਕਤੰਤਰ ਤਾਂ ਫਿਰ ਰਹਿ ਨਹੀਂ ਜਾਣਾ। ਸਹੀ ਗੱਲ, ਇਹ ਤੇ ਕੁਝ ਹੋਰ ਹੀ ਹੋ ਜਾਣਾ। ਜੇ ਡਿਕਟੇਟਰਸ਼ਿਪ ਬਣ ਗਈ ਨਾ, ਤਾਨਾਸ਼ਾਹੀ ਹੋ ਗਈ। ਅਸਲ 'ਚ ਪਤਾ ਕੀ ਹੈਗਾ, ਅਜੇ ਇਹਦੇ ਤੇ ਕੋਈ ਪੂਰੀ ਪੈਣ ਦੀ ਆਸ ਉਮੀਦ ਨਹੀਂ ਹੈ। ਇਸ ਕਰਕੇ ਇਲੈਕਸ਼ਨ ਸਿਰ ਤੇ ਆ, ਇਲੈਕਸ਼ਨ ਸਿਰ ਤੇ ਆ। ਜੇ ਇਹਨਾਂ ਨੇ ਆਰਡੀਨੈਂਸ ਪਾਸ ਕਰ ਦਿੱਤਾ ਤੇ ਲੋਕ ਇਹ ਤੋਂ ਨਾਰਾਜ਼ ਹੋ ਜਾਣਗੇ, ਵੋਟਿੰਗ ਬੈਂਕ ਜਿਹੜੀ ਇਹਨਾਂ ਦੀ ਉਹ ਵੀ ਖੁੱਸ ਜੂਗੀ। ਤੀਜਾ ਗੱਲ ਹੈਗੀ ਆ ਕਿ ਇਹਨਾਂ ਨੇ ਪੈਨਸ਼ਨਾਂ ਦਾ ਵੀ ਡਿੱਕਾ ਪਾਇਆ, ਬਹੁਤ ਪੈਨਸ਼ਨਾਂ, ਓਲਡ ਪੈਨਸ਼ਨ, ਨਿਊ ਪੈਨਸ਼ਨ, ਉਹਦੇ 'ਚ ਵੀ ਹੈ। ਜਿੰਨੇ ਕਰਮਚਾਰੀ ਨੇ ਉਹ ਇਹਨਾਂ ਤੋਂ ਪੱਲਾ ਛਡਾ ਕੇ ਪਾਸੇ ਹੋ ਜਾਣੇ, ਖਫਾ ਨੇ। ਦੂਜਾ ਪੰਜਾਬ ਸਰਕਾਰ 'ਚ ਵੀ ਹੈਗਾ, 200 ਰੁਪਏ ਅੱਗੇ ਟੈਕਸ ਲਾਇਆ ਸੀ ਇਹਨਾਂ ਨੇ ਤੇ 200 ਹੁਣ ਲਾਤਾ। ਜਜੀਆ ਟੈਕਸ ਸੀਗਾ, ਹੁਣ ਇਹਨਾਂ ਡਿਵੈਲਪਮੈਂਟ ਟੈਕਸ ਲਾਤਾ। ਇੱਥੇ ਵੀ ਨਾਰਾਜ਼ਗੀ ਇਹਨਾਂ ਨੇ ਮੁੱਲ ਲੈ ਲਈ ਆ ਸਾਰੇ ਕਰਮਚਾਰੀਆਂ ਕੋਲੋਂ। ਹੁਣ ਦੂਜੀ ਗੱਲ ਹੈ ਕਿ ਜੇ ਅਸੀਂ ਇਹਨਾਂ ਨੇ ਇਹ ਆਰਡੀਨੈਂਸ ਪਾਸ ਕਰ ਦਿੰਦੇ, ਸਾਰਾ ਕੁਝ ਹੋ ਜਾਂਦਾ ਤੇ ਇਹਦੇ ਵਿੱਚ ਸਾਲ ਤੇ ਇਹਨਾਂ ਦਾ ਇੱਕ ਰਹਿ ਗਿਆ। ਇੱਕ ਸਾਲ ਦੇ ਵਿੱਚ ਜੇ ਨਹੀਂ ਜਿੱਤਦੇ ਤੇ ਫਿਰ ਕਿਹੜਾ, ਫਿਰ ਆਰਡੀਨੈਂਸ ਫਿਰ ਕੈਂਸਲ ਹੋਊਗਾ। ਜੇ ਆ ਜਾਂਦੀ ਇਹਨਾਂ ਦੀ ਸਰਕਾਰ, ਇਹ ਉਹਨਾਂ ਨੂੰ ਸਿਰਫ ਅਪਰਚੁਨਿਟੀ ਹੋਰ ਦੇ ਰਹੇ ਆ, ਵੱਡੀ ਅਪਰਚੁਨਿਟੀ, ਵੱਡਾ ਮੌਕਾ ਦੇ ਰਹੇ ਆ ਇਹਨਾਂ ਨੂੰ। ਇਸ ਵੇਲੇ ਜਦੋਂ ਲਾਸਟ ਈਅਰ ਹੈਗਾ, ਉਦੋਂ ਡਿਸੀਜਨ ਨਹੀਂ ਸੀ ਲੈਣਾ ਚਾਹੀਦਾ, ਕਿਉਂਕਿ ਲੋਕਤੰਤਰ ਵੀ ਹੈ। ਫਿਰ ਤਾਨਾਸ਼ਾਹੀ ਨਹੀਂ ਇਹਨਾਂ ਨੂੰ ਅਪਣਾਉਣੀ ਚਾਹੀਦੀ। ਜਿਹੜੇ ਆਪਣੇ ਵੋਟਰ ਬੈਂਕ ਨੇ ਉਹਨਾਂ ਨੂੰ ਗੁੱਸੇ ਨਹੀਂ ਕਰਨਾ ਚਾਹੀਦਾ। ਲੋਕ ਵੀ ਸੋਚਵਾਨ ਨੇ। ਜਦੋਂ ਇਹ ਆ ਕੇ ਕਾਮਯਾਬ ਹੋ ਗਿਆ, ਉਹਨਾਂ ਨੇ ਕਹਿਣਾ ਇਹ ਤਾਂ ਆਪਣੇ ਹੱਥੀਂ ਲੈਂਦੇ ਪਾਵਰ। ਅੱਗੇ ਤਾਂ ਪਾਵਰ ਇਹਨਾਂ ਕੋਲ ਹੀ ਹੈ ਸੈਂਟਰ ਦੀ, ਦੂਜੀ ਸਟੇਟਾਂ ਦੀ ਵੀ ਪਾਵਰ ਲੈ ਲਈ ਤੇ ਫਿਰ ਅਸੀਂ ਕਿਹਨਾਂ 'ਚ ਹੋਏ? ਇਹ ਫਿਰ ਜਿਹੜੀਆਂ ਖੇਤਰੀ ਪਾਰਟੀਆਂ ਵੀ ਗੁੱਸੇ ਹੋਣਗੀਆਂ, ਵੋਟਰ ਵੀ ਗੁੱਸੇ ਹੋਣਗੇ, ਨਾਗਰਿਕ ਵੀ ਗੁੱਸੇ ਹੋਣਗੇ, ਕਰਮਚਾਰੀ ਵੀ ਗੁੱਸੇ ਹੋਣਗੇ ਤੇ ਬੀਬੀਆਂ ਵੀ ਗੁੱਸੇ ਹੋਣਗੀਆਂ। ਹਾਂ, ਵੱਡੀ ਗੱਲ ਤੇ ਬੀਬੀਆਂ ਦੀ ਹੈ। ਬੀਬੀਆਂ ਗੁੱਸੇ ਹੋ ਗਈਆਂ। ਉਹ ਤੇ ਪਹਿਲਾਂ ਹੀ ਭਗਵੰਤ ਮਾਨ ਸਾਹਿਬ ਕੋਲੋਂ ਗੁੱਸੇ ਨੇ ਵੀ ਤੁਸੀਂ ਸਾਨੂੰ ਹਜ਼ਾਰ ਰੁਪਏ ਨਹੀਂ ਦਿੱਤਾ, ਪ੍ਰੋਮਿਸ ਕੀਤਾ ਸੀ, ਕਿੱਥੇ ਗਿਆ? ਸੋ ਭਗਵੰਤ ਮਾਨ ਸਰਕਾਰ ਇੱਕ ਹੋਰ ਡਿਸੀਜਨ ਲੈ ਰਹੀ ਹੈ ਔਰ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਨਿਕਲੋ ਔਰ ਨਵੇਂ ਰਾਹ ਲੱਭੇ ਜਾਣ। ਉਹਦੇ ਵਾਸਤੇ ਕਮੇਟੀ ਬਣਾਈ, ਸਾਡੇ ਪੁਰਾਤਨ ਅਨਾਜ ਇੰਟਰੋਡਿਊਸ ਕੀਤੇ ਨੇ ਕਿ ਉਹਨਾਂ ਦੀ ਖੇਤੀ ਕਰੋ। ਮਤਲਬ ਇੱਕ ਨਵੇਕਲੀ ਤਰ੍ਹਾਂ ਦੀ ਐਗਰੀਕਲਚਰ ਪਾਲਿਸੀ ਦੇ ਨਾਲ ਮਾਨ ਸਰਕਾਰ ਪੰਜਾਬ ਦੇ ਐਗਰੀਕਲਚਰ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕਰਦੀ ਪਈ ਆ। ਵੈਸੇ ਇਹ ਗੱਲ ਇਸ ਵੇਲੇ ਹੁਣੇ ਬੜੀ ਮਾਮਲਾ ਇਸ ਪਾਸੇ ਆਇਆ, ਇਸ ਕਰਕੇ ਆਇਆ ਕਿ ਜਿਹੜੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੂਡੀਆਂ, ਜਦੋਂ ਉਹ ਆਏ ਨੇ, ਉਹਨਾਂ ਨੇ ਇਹ ਮਸਲਾ ਕਰ ਲਿਆ ਕਿ ਝੋਨੇ ਤੇ ਕਣਕ ਦੇ ਫਸਲੀ ਚੱਕਰ ਤੋਂ ਸਾਰੇ ਕਿਸਾਨਾਂ ਨੂੰ ਬਚਾਓ, ਕਿਉਂਕਿ ਉਹਦੇ ਵਿੱਚ ਪਾਣੀ ਵੀ ਥੱਲਿਓਂ ਖਤਮ ਹੋ ਰਿਹਾ ਔਰ ਉਹਦੇ ਵਿੱਚ ਜਿਹੜੀ ਅਸੀਂ ਇਹਨਾਂ ਨੂੰ MSP ਦੇਣੀ ਆ, ਜਿਹੜਾ ਨਿਰਧਾਰਤ ਮੁੱਲ ਦੇਣਾ, ਸਮਰਥਨ ਮੁੱਲ ਦੇਣਾ, ਉਹ ਵੀ ਅਸੀਂ ਪੂਰਾ ਨਹੀਂ ਦੇ ਰਹੇ। ਸੈਂਟਰ ਉਹਦੇ 'ਚ ਉਹਨਾਂ ਪੈਸਾ ਨਹੀਂ ਦੇ ਰਿਹਾ। ਅਸੀਂ ਇਸ ਚੱਕਰ 'ਚ ਇਹਨਾਂ ਨੂੰ ਕੱਢੀਏ ਤੇ ਇਹਦੇ ਵਿੱਚ ਐਕਸਪਰਟ ਆਏ ਨੇ, ਜਿਹਦੇ 'ਚ ਸਰਦਾਰਾ ਸਿੰਘ ਜੌਹਲ ਨੇ, ਜਿਹਦੇ ਵਿੱਚ ਉਹਨਾਂ ਸਸਟੇਨੇਬਲ ਜਿਹੜੀ ਖੇਤੀਬਾੜੀ ਦੀ ਖੜੋਤ ਆ ਉਹਨੂੰ ਰੋਕਣ ਲਈ ਉਹਨਾਂ ਨੇ ਕਿਹਾ ਹੈਗਾ ਕਿ ਖੇਤੀਬਾੜੀ ਦੇ ਵਿੱਚ ਜਿਹੜੀ ਰੋਕ ਆ ਗਈ ਇਸ ਵੇਲੇ, ਖੇਤੀਬਾੜੀ ਰੁਕੀ ਪਈ ਆ, ਇਹਦੇ ਵਿੱਚ ਅਸੀਂ ਫਸਲਾਂ ਦਾ ਨਵੀਨੀਕਰਨ ਕਰਾਂਗੇ, ਜਿਹਦੇ ਵਿੱਚ ਬਾਕੀ ਫਸਲਾਂ ਨਵੀਆਂ ਆਉਣਗੀਆਂ, ਸਬਜ਼ੀਆਂ, ਜਿਹਦੇ ਵਿੱਚ ਦਾਲਾਂ, ਜਿਹਦੇ ਵਿੱਚ ਸੂਰਜਮੁਖੀ, ਜਿਹਦੇ ਵਿੱਚ ਤੇਲ ਬੀਜਾਂ, ਉਹਨਾਂ ਦੀ ਫਸਲਾਂ ਨੂੰ ਉਗਾਇਆ ਜਾਊਗਾ। ਔਰ ਪਾਣੀ ਦੀ ਘਾਟ ਹੈਗੀ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਸ ਖੜੋਤ ਨੂੰ
ਪੂਰਾ ਕਰਨ ਲਈ ਇੱਕ ਕਮੇਟੀ ਬਣਾਉਂਦੀ ਹੈ। ਉਹਦੇ ਚੇਅਰਮੈਨ ਹੈੱਡ SS ਜੌਲ ਸਾਹਿਬ ਨੇ। ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ ਆ, ਹੋਰ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਰਹੇ ਆ, ਔਰ ਅਰਥ ਸ਼ਾਸਤਰੀ ਵੀ ਨੇ, ਔਰ ਖੋਜਕਾਰ ਵੀ ਨੇ, ਔਰ ਖੇਤੀਬਾੜੀ ਨਾਲ ਸੰਬੰਧਿਤ ਨੇ। ਔਰ ਇਹ ਏਰੀਆ ਵੀ ਦੁਆਬੇ ਏਰੀਆ ਨੂੰ ਬਿਲੋਂਗ ਕਰਦੇ ਆ। ਜੰਡਿਆਲਾ ਮੰਕੀ ਇਹਨਾਂ ਦਾ ਘਰ ਹੈਗਾ। ਔਰ ਇਹਨਾਂ ਨੇ ਬਹੁਤ ਕੁਝ ਕੀਤਾ। ਇਹਨਾਂ ਖੇਤੀ ਮਾਹਰਾਂ ਨੂੰ ਜੋੜ ਲਿਆ ਨਾਲ, ਜਿਹੜੇ ਸਾਇੰਟਿਸਟ ਨੇ, ਵਿਗਿਆਨੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ, ਉਹਨਾਂ ਨੂੰ ਲਿਆ। ਔਰ ਉਹਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਇਹਨਾਂ ਨੇ ਕਹਿਤਾ ਕਿ ਜੋ ਪੈਸਾ ਲੱਗੂਗਾ, ਜੋ ਕੁਝ ਕਰਨਾ ਉਹ ਕਰੋ। ਭਗਵੰਤ ਮਾਨ ਸਾਹਿਬ ਨੇ ਕਹਿਤਾ ਕਿ ਜਿੰਨੇ ਮੁੰਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ BSc ਐਗਰੀਕਲਚਰ, MSc ਐਗਰੀਕਲਚਰ, ਜਿਹੜੇ ਬਾਇਓਲੋਜੀਕਲ ਜਾਂ ਜਿਹੜੇ ਵੱਖ-ਵੱਖ ਵੀ ਡਿਪਾਰਟਮੈਂਟ ਨੇ, ਉਹਨਾਂ ਦੇ ਸਾਰੇ ਸਟੂਡੈਂਟਸ ਨੂੰ ਪਿੰਡਾਂ 'ਚ ਭੇਜਿਆ ਜਾਊਗਾ। ਸੋਇਲ ਆਫ ਟੈਸਟਿੰਗ ਹੋਊਗੀ, ਜਿਹੜੀ ਮਿੱਟੀ ਟੈਸਟ ਕੀਤਾ ਜਾਂਦਾ, ਜਿਹੜਾ ਮਿੱਟੀ ਦੀ ਪਰਖ ਵੀ ਇਸ ਮਿੱਟੀ ਵਿੱਚ ਕੀ ਹੋ ਸਕਦਾ। ਔਰ ਜੌਲ ਸਾਹਿਬ ਨੇ ਕਹਿਤਾ ਇਹ 'ਚ ਔਰਚਡ ਵੀ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਬਾਗਬਾਨੀ, ਜਿਹਨੂੰ ਬਾਗਬਾਨੀ ਆਉਂਦੇ ਆ, ਉਹ ਆਂਦੇ 'ਚ ਸੇਬ ਵੀ ਲਾਓ, ਬਦਾਮ ਵੀ ਲਾਓ, ਜਿਸ 'ਚ ਬਾਕੀ ਵੀ ਫਸਲਾਂ ਜਿਹੜੇ ਬਾਕੀ ਫਰੂਟ ਪਲਾਂਟ ਨੇ ਉਹ ਲਾਉਣੇ ਚਾਹੀਦੇ ਆ। ਔਰ ਇਹ ਇਸ ਵੇਲੇ ਪੰਜਾਬ ਦੀ ਇਸ ਵਾਲੇ ਨੂੰ ਮੋੜ ਹੋ ਗਿਆ। ਹੁਣ ਦੇਖੋ ਬਣਦਾ ਕੀ ਹੈ। ਵੈਸੇ ਕਿਸਾਨ ਸਾਡਾ ਵੀ ਥੋੜ੍ਹਾ ਜਿਹਾ ਨਾ ਇਸ ਗੱਲੋਂ ਉਖੜ ਗਿਆ ਸੀਗਾ। ਝੋਨਾ ਕਣਕ, ਝੋਨਾ ਕਣਕ, ਇਹ ਫਸਲਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਖਰੀਫ ਦੀ ਫਸਲਾਂ ਨੇ, ਸਾਉਣੀ ਅਤੇ ਹਾੜੀ ਦੀ ਫਸਲ, ਜਿਹਦੇ ਵਿੱਚ ਹੁਣ ਜਿਹੜੀ ਫਸਲਾਂ ਬੀਜੀਆਂ ਜਾ ਰਹੀਆਂ, 'ਚ ਮੱਕੀ ਆਉਣੀ ਹੈ, ਝੋਨਾ ਲੱਗ ਰਿਹਾ ਹੈ, ਇਹਨੂੰ ਅਸੀਂ ਸਾਉਣੀ ਦੀ ਫਸਲ ਕਹਿੰਦੇ ਹਾਂ। ਜਿਹਦੇ ਵਿੱਚ ਝੋਨਾ ਬਹੁਤ ਲੱਗ ਰਿਹਾ, ਝੋਨਾ ਲੱਗਣਾ ਸ਼ੁਰੂ ਹੋ ਗਿਆ ਅਤੇ ਮੀਂਹ ਦੀ ਕਣੀ ਨਹੀਂ ਪੈ ਰਹੀ, ਪਾਣੀ ਕਿੱਥੋਂ ਆਉਣਾ। ਦੂਜੇ ਪਾਸੇ ਸਰਕਾਰ ਨੇ ਕਿਹਾ ਕਿ 1500 ਰੁਪਏ ਪਰ ਏਕੜ ਅਸੀਂ ਕਹਿ ਦਿੱਤਾ ਕਿਸਾਨਾਂ ਨੂੰ ਕਿ ਸਿੱਧੀ ਬਿਜਾਈ ਕਰੋ ਝੋਨੇ ਦੀ, ਜਿਹਦੇ ਵਿੱਚ ਪਨੀਰੀ ਨਹੀਂ ਹੁੰਦੀ, ਜਿਹਨੂੰ ਟਰਾਂਸਪਲਾਂਟੇਸ਼ਨ ਆਫ ਪੈਡੀ ਕਹਿੰਦੇ ਆ ਅੰਗਰੇਜ਼ੀ 'ਚ। ਉਹ ਜਿਹੜੀ ਪਨੀਰੀ ਪੁੱਟ ਕੇ ਫਿਰ ਖੇਤਾਂ ਵਿੱਚ ਲਾਉਂਦੇ ਆ। ਕੱਦੂ ਕੀਤੇ ਹੁੰਦੇ ਖੇਤ, ਟਰੈਕਟਰ ਵਗਦੇ ਵਿੱਚ, ਹਲ ਵਗਦੇ ਆ, ਔਰ ਮਿੱਟੀ ਨਾਲ ਮਿੱਟੀ ਹੁੰਦਾ ਕਿਸਾਨ। ਔਰ ਚੌਲ ਤਾਂ ਕੋਈ ਪੰਜਾਬ ਦਾ ਖਾਂਦਾ ਨਹੀਂ, ਚੌਲ ਤਾਂ ਬਾਹਰਲੇ ਖਾਂਦੇ। ਜਿੰਨੇ ਚਾਵਲ ਬਾਹਰ ਦੇ ਖਾਂਦੇ, ਇਹ ਤਾਂ ਕੋਈ ਬਿਮਾਰ ਹੋਵੇ ਤਾਂ ਉਹਦੇ ਲਈ ਖਿਚੜੀ ਬਣਦੀ ਹੈ, ਹੋਰ ਕੁਝ ਨਹੀਂ। ਗੱਲ ਇਹ ਹੈ ਨਾ, ਸਿਰਫ ਜਿਹੜਾ ਸਾਡਾ ਪੁਰਾਤਨ ਸ਼ੈਲੀ ਰਹੀ ਹੈ ਫਸਲਾਂ ਦੀ, ਉਹ ਸਾਡੇ ਬਜ਼ੁਰਗਾਂ ਵੇਲਿਆਂ ਦੀ, ਪੁਰਖਿਆਂ ਦੀ, ਉਹ ਰਹੀ ਹੈ ਇੱਕ ਸਸਟੇਨੇਬਲ ਡਿਵੈਲਪਮੈਂਟ, ਜਿਹੜੀ ਤਰੱਕੀ ਲਗਾਤਾਰ ਚੱਲਦੀ ਰਹੇ। ਆਪਸ ਦੇ ਵਿੱਚ ਉਹ ਵੱਖ-ਵੱਖ ਸਟੇਟਾਂ ਦੇ ਬਜ਼ੁਰਗ ਆਪਸ ਵਿੱਚ ਬੀਜ ਵੀ ਸ਼ੇਅਰ ਕਰਦੇ ਸੀਗੇ। ਬਾਅਦ ਵਿੱਚ ਜਿਹੜੀ ਨਵੀਂ ਹਵਾ ਵਗਾਈ ਹੈ ਹਰੀ ਕ੍ਰਾਂਤੀ ਤੋਂ ਬਾਅਦ, ਕੈਸ਼ ਕ੍ਰੌਪਸ ਲੈਣ ਦੀ, ਕਿ ਇੱਧਰ ਮੰਡੀ 'ਚ ਲੈ ਕੇ ਜਾਓ, ਇੱਧਰ ਪੈਸੇ ਮਿਲਣ, ਇੱਧਰ ਤੁਸੀਂ ਖੇਤਾਂ 'ਚੋਂ ਉਹਨੂੰ ਜਦੋਂ ਕਟਾਈ ਸ਼ੁਰੂ ਹੋਵੇ ਨਾਲ ਦੀ ਨਾਲ ਤੁਹਾਡਾ ਧੰਦਾ ਸ਼ੁਰੂ ਹੋ ਜਾਵੇ ਔਰ ਨਾਲ ਦੀ ਨਾਲ ਪੈਸੇ ਆਉਣੇ ਸ਼ੁਰੂ ਹੋ ਜਾਣ। ਇਹ ਜਿਹੜੀ ਕੈਸ਼ ਕ੍ਰੌਪਸ ਦੀਆਂ ਫਸਲਾਂ ਦੇ ਚੱਕਰ 'ਚ ਫਸਾ ਦਿੱਤਾ ਨਾ ਪੰਜਾਬ ਨੂੰ, ਇਹਨੇ ਸਭ ਤੋਂ ਜ਼ਿਆਦਾ ਢਾਲ ਲਾਈ ਹੈ, ਸਭ ਤੋਂ ਜ਼ਿਆਦਾ ਮਾਰਿਆ ਹੈ ਪੰਜਾਬ ਦੀ ਖੇਤੀਬਾੜੀ ਨੂੰ। ਨਾਲ ਜਿਹੜੇ ਆ ਕੈਮੀਕਲ ਦੇ ਫਰਟੀਲਾਈਜ਼ਰਸ ਵੱਧ ਝਾੜ ਦੇਣ, ਖਾਦਾਂ ਦੀ ਵਰਤੋਂ ਕਰਨ ਨਾਲ ਵੀ, ਕੀਟਨਾਸ਼ਕ ਵੱਧ ਝਾੜ ਦੇਣ, ਜਾਂ ਇਸ ਕਰਕੇ ਵੀ ਪ੍ਰੋਬਲਮ ਉਹਨਾਂ ਲੋਕ ਵੀ ਬਿਮਾਰ ਹੋ ਰਹੇ ਆ। ਕੀਟਨਾਸ਼ਕ ਦਵਾਈਆਂ ਜਿਹੜੀ ਸਬਜ਼ੀਆਂ 'ਚ ਪਾਉਂਦੇ ਆ, ਇੱਕ ਟੀਕੇ ਵੀ ਲੱਗ ਰਹੇ ਆ। ਤੁਹਾਨੂੰ ਪਤਾ ਹੋਣਾ ਜਿਹੜੀ ਸਬਜ਼ੀਆਂ ਨੇ ਉਹਨਾਂ ਦੀਆਂ ਜੜ੍ਹਾਂ 'ਚ ਟੀਕਾ ਲਾਉਂਦੇ ਆ। ਟੀਕਾ ਪਤਾ ਕਿਹੜਾ ਹੈਗਾ? ਜਿਹੜਾ ਮੱਝ ਨੂੰ ਚੋਣ ਵੇਲੇ ਲਾਉਂਦੇ ਆ, ਮੱਝ ਨੂੰ ਚੋਣ ਲਾਉਂਦੇ ਆ ਨਾ, ਕੁਝ ਕਰੀ ਜਾਂਦੇ ਉਹ ਟੀਕਾ। ਪਰ ਉਹਦੇ ਨਾਲ ਸਬਜ਼ੀਆਂ ਐ ਲਿਸ਼ਕਦੀਆਂ, ਉਹ ਐ ਚਮਕਦੀਆਂ, ਔਰ ਲੋਕ ਕਹਿੰਦੇ ਯਾਰ ਬੈਂਗਣ ਕਿੰਨੇ ਅੱਛੇ, ਬਤਾਉਂਗੇ ਕਿੰਨੇ ਵਧੀਆ ਬਣ ਗਏ। ਮੈਡੀਕਲ ਸਾਇੰਸ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੇ ਉਹ ਮੱਝਾਂ ਨੂੰ, ਗਾਵਾਂ ਨੂੰ ਟੀਕੇ ਲਾਉਂਦੇ ਨੇ ਦੁੱਧ ਚੋਣ ਵੇਲੇ, ਉਹ ਟੀਕੇ ਹੁੰਦੇ ਨੇ ਜੋ ਡਿਲੀਵਰੀ ਵੇਲੇ ਲਗਾਏ ਜਾਂਦੇ ਨੇ। ਜਦੋਂ ਬੱਚਾ ਪੈਦਾ ਹੋਣ ਦੇ ਤਕਲੀਫ ਹੋ ਰਹੀ ਹੈ ਮਾਂ ਨੂੰ, ਉਦੋਂ ਇੰਜੈਕਸ਼ਨ ਦਿੱਤਾ ਜਾਂਦਾ ਤਾਂ ਕਿ ਪੀੜ ਨਾ ਹੋਵੇ, ਜਿਹੜੀਆਂ ਪੇਨਸ ਹੈਗੀਆਂ ਡਿਲੀਵਰੀ ਪੇਨ ਉਹ ਨਹੀਂ ਹੋਣਗੀਆਂ, ਤੇ ਉਹਦੇ ਨਾਲ ਸਰੀਰ ਢਿੱਲਾ ਪੈ ਜਾਂਦਾ। ਉਸੇ ਅਸਰ ਦੇ ਵਿੱਚ ਗਾਵਾਂ ਮੱਝਾਂ ਦਾ ਦੁੱਧ ਉੱਤਰ ਆਉਂਦਾ, ਕਿਉਂਕਿ ਉਹਨਾਂ ਨੇ ਉਹਨਾਂ ਦੇ ਬਛੜਿਆਂ ਨੂੰ, ਕੱਟਿਆਂ ਨੂੰ ਤਾਂ ਪਿਲਾਉਣਾ ਨਹੀਂ, ਤੇ ਉਹ ਦੁੱਧ ਜਿਹੜਾ ਟੀਕਾ ਲਾ ਕੇ ਕੱਢ ਲੈਣਾ, ਉਹ ਢਿੱਲਾ ਪੈ ਜਾਂਦਾ ਸਰੀਰ ਤੇ ਦੁੱਧ ਉੱਤਰ ਆਉਂਦਾ ਤੇ ਚੋ ਲੈਂਦੇ ਨੇ। ਤੁਸੀਂ ਗੱਲ ਕੀਤੀ ਇੱਕ ਇੰਜੈਕਸ਼ਨ ਨਾਲ ਜਿਹੜਾ ਦੁੱਧ ਆ ਰਿਹਾ ਵਾ, ਉਹਦੇ ਵਿੱਚ ਵੀ ਡਰੱਗਸ ਆ, ਉਹਦੇ ਵਿੱਚ ਵੀ ਤੁਹਾਨੂੰ ਇਫੈਕਟ ਆਊਗਾ। ਇੱਕ ਪਾਸੇ ਕੈਮੀਕਲ ਜੋ ਮਿਕਸ ਕਰਕੇ ਦੁੱਧ ਬਣ ਰਿਹਾ, ਜਦੋਂ ਕਿ ਇੱਥੇ 14,000 ਟਨ ਜਿਹੜਾ ਦੁੱਧ ਦੀ ਖਪਤ ਹੈਗੀ ਆ, ਤੇ ਜਿਹੜੀਆਂ ਮੱਝਾਂ ਇੱਥੇ ਹੈਗੀਆਂ ਪੰਜਾਬ 'ਚ ਤੇ ਨਜ਼ਰ ਨਹੀਂ ਆਉਂਦੀਆਂ। ਆਂਡੇ ਜਿਹੜੇ ਹੈਗੇ ਆ ਤੁਸੀਂ ਪਤਾ ਨਹੀਂ ਕਿੱਥੋਂ ਖਾ ਰਹੇ ਜੇ। ਪੋਲਟਰੀ ਫਾਰਮ ਵੀ ਹੈ ਨਹੀਂ। ਕੋਈ ਜ਼ਮਾਨਾ ਸੀ ਕਿਸਾਨ ਇਹਦੀ ਮੁਰਗੀ ਪਾਲਣ ਦਾ ਧੰਦਾ ਕਰਦੇ ਸੀ, ਜਿਹਨੂੰ ਸਹਾਇਕ ਧੰਦਾ ਆਫ ਐਗਰੀਕਲਚਰ ਦੇ ਨਾਲ ਜਾਣਿਆ ਜਾਂਦਾ ਸੀਗਾ, ਜਿਸ 'ਚ ਮੱਖੀ ਪਾਲਣ, ਜਿਹੜੀ ਸ਼ਹਿਦ ਦੀਆਂ ਮੱਖੀਆਂ, ਮੁਰਗੀ ਪਾਲਣ, ਜਿਹਦੇ ਵਿੱਚ ਖੁੰਬਾਂ ਗਾਉਣੀਆਂ, ਜਿਹਦੇ ਵਿੱਚ ਡੇਅਰੀ ਹੈ ਨਾ, ਜਿਹਦੇ ਵਿੱਚ ਡੇਅਰੀ ਦਾ ਵੀ ਮੱਝਾਂ ਦਾ ਪਾਲਦਾ ਨਹੀਂ ਕੋਈ ਵੀ ਹੈ ਨਾ, ਚੂਚੇ ਕਿਸੇ ਨੂੰ ਪਾਲਣੇ ਨਹੀਂ ਆ ਰਹੇ, ਇੱਥੇ ਕੰਮ ਤਾਂ ਹੈ ਨਹੀਂ ਕੋਈ। ਪਰ ਇਹ ਸਾਰੇ ਦਾ ਸਾਰਾ ਸਮਾਨ ਜਿਹੜਾ ਬਣ ਰਿਹਾ ਕੀਟਨਾਸ਼ਕ ਜਿਹੜੀ ਉਹਦੇ ਨਾਲ ਕੈਮੀਕਲ ਨਾਲ ਬਣ ਰਿਹਾ। ਆ ਦੁੱਧ ਜਿੰਨਾ ਆ ਰਿਹਾ, ਬੱਚਿਆਂ ਨੂੰ ਮਾਰ ਰਹੇ ਆ, ਜਵਾਨਾਂ ਨੂੰ ਮਾਰ ਰਹੇ ਆ। ਚੰਗੀ ਗੱਲ ਜਿਹੜੇ ਬੱਚੇ ਬਾਹਰ ਚਲੇ ਗਏ ਆ, ਬਾਹਰ ਕੈਨੇਡਾ ਬੈਠੇ, ਅਮਰੀਕਾ ਬੈਠੇ ਆ, ਚੀਜ਼ ਤਾਂ ਚੱਜ ਦੀ ਖਾ ਰਹੇ ਆ, ਵਧੀਆ ਚੀਜ਼ਾਂ ਤਾਂ ਆ ਰਹੀਆਂ ਉਹਨਾਂ ਕੋਲ। ਸਾਡੇ ਕੋਲ ਜਿਹੜੀ ਹੋਮ ਡਿਲੀਵਰੀ ਉਹਦੇ 'ਚ ਵੀ ਗੰਦ ਆ ਰਿਹਾ ਹੈ ਨਾ, ਉਹਦੇ 'ਚ ਜਿਹੜੇ ਵੀ ਅਸੀਂ ਖਾ ਰਹੇ ਹਾਂ ਉਹ ਬੜਾ ਬਿਮਾਰੀਆਂ ਨਾਲ ਗ੍ਰਸਤ ਹੈਗਾ ਸਾਰਾ ਕੁਝ। ਇਹ ਜੇ ਗੱਲ ਆਪਾਂ ਦੁੱਧ ਦੀ ਗੱਲ ਕੀਤੀ, ਇਸ ਕਰਕੇ ਦੁੱਧ ਪਿਓਰ ਨਹੀਂ ਪੰਜਾਬ ਦਾ। ਲੱਸੀ ਜਿਹੜੀ ਹੈਗੀ ਪੰਜਾਬ 'ਚ, ਲੋਕ ਇੰਨੀ ਲੱਸੀ ਹੁੰਦੀ ਸੀਗੀ ਕਿ ਲੋਕ ਬਾਹਰ ਜਨਾਨੀਆਂ ਸਵਾਣੀਆਂ ਬਾਹਰ ਸੁੱਟਦੀਆਂ ਸੀ ਲੱਸੀ, ਅਤੇ ਘਾਹ ਚਿੱਟਾ ਹੋ ਜਾਂਦਾ ਸੀ। ਇਹ ਜ਼ਮਾਨਾ ਦਾ ਸੀ। ਹੁਣ ਲੱਸੀ ਕਿਤੇ ਹੈ ਨਹੀਂ। ਲੱਸੀ ਕਿੱਥੋਂ ਮਿਲਦੀ ਹੈ? ਦੁਕਾਨਾਂ ਤੋਂ। ਅੰਮ੍ਰਿਤਸਰ ਦੀ ਲੱਸੀ ਜੇ ਬਹੁਤ ਮਸ਼ਹੂਰ ਹੈਗੀ ਆ, ਅਤੇ ਭਰਾਵਾਂ ਦਾ ਢਾਬਾ ਜੀ, ਇਹ ਜੀ ਕੁੰਨਣ ਢਾਬਾ ਜੀ, ਉਹਨਾਂ ਢਾਬਿਆਂ ਤੋਂ ਮਿਲੂਗੀ।
ਔਰ ਕਿਸੇ ਢਾਬੇ 'ਚ ਕੋਈ ਜ਼ਮਾਨਾ ਸੀ ਢਾਬਿਆਂ ਤੇ ਫ੍ਰੀ ਸੀ ਡਰਮ ਲੱਸੀ ਦਿੰਦੇ ਸੀ, ਵਾਧੂ ਹੁੰਦੀ ਸੀ। ਮੈਂ ਆਪਣੇ ਇੱਕ ਮਿੱਤਰ ਨੂੰ ਕਿਹਾ, ਪਿੰਡ 'ਚ ਰਹਿੰਦਾ, ਮੈਂ ਕਿਹਾ ਕਿਸੇ ਦਿਨ ਤੁਹਾਡੇ ਪਿੰਡ ਚੱਲਾਂਗੇ, ਉੱਥੇ ਬਹਿ ਕੇ ਲੱਸੀ ਪੀਵਾਂਗੇ ਕੋਠੇ ਤੇ। ਕਹਿੰਦਾ ਹਾਂ ਹੋ, ਜਾਣ ਲੱਗਿਆ ਆਪਾਂ ਸ਼ਹਿਰ 'ਚੋਂ ਲੱਸੀ ਦਾ ਪੈਕੇਟ ਲੈ ਚੱਲਾਂਗੇ, ਉੱਥੇ ਬਹਿ ਕੇ ਪੀਵਾਂਗੇ। ਤੇ ਮੈਂ ਕਿਹਾ ਯਾਰ ਸੌਰੀ ਦੇ, ਇੱਥੇ ਨਹੀਂ ਮਿਲਦਾ ਹੈਗਾ, ਮੈਂ ਜ਼ਰੂਰ ਜਾਣਾ ਤੇਰੇ ਪਿੰਡ, ਉੱਥੇ ਜਾ ਕੇ ਲੱਸੀ ਪੀਣੀ ਪੈਕੇਟ ਵਾਲੀ। ਚਾਟੀ ਦੀ ਲੱਸੀ ਗਈ, ਕਾੜ੍ਹਨੇ ਦਾ ਦੁੱਧ ਗਿਆ, ਕੋਈ ਉਬਾਲਾ ਨਹੀਂ, ਕੋਈ ਰਿਣੀ ਲਾ ਕੇ ਜਿਹੜੀ ਅੱਗ ਤੇ ਰੱਖਦੇ ਸੀ, ਪਾਥੀਆਂ ਦੀ ਅੱਗ ਤੇ, ਉਹਦੇ ਵਿੱਚ ਕਾੜ੍ਹਨੇ ਦਾ ਦੁੱਧ ਜਿਹੜਾ ਉਬਲਦਾ ਸੀ। ਜਿਹੜਾ ਧਰਮੂ ਚੱਕ ਆ ਜਿੱਥੇ ਦਾਰਾ ਜੀ ਉੱਥੇ ਪਹਿਲਵਾਨ ਰਹੇ ਆ, ਉਹ ਸਾਰੇ ਪਿੰਡ ਦਾ ਦੁੱਧ ਇਕੱਲੇ ਉਹ ਆਪ ਹੀ ਪੀਂਦੇ ਸੀ। ਮਲਾਈ ਆ ਦੁੱਧ ਤੇ ਆਉਂਦੀ ਸੀ, ਔਰ ਦੁੱਧ ਤੋਂ ਉਹ ਸਾਰਾ ਤਦੇ ਪਹਿਲਵਾਨੀ ਕੀਤੀ ਹੈ ਉਹਨਾਂ ਦੇ ਘਰ ਦੇ ਵਿੱਚ। ਇੰਨਾ ਦੁੱਧ ਨਹੀਂ ਸੀ ਜਿੰਨਾ ਪਿੰਡ ਨੇ ਪਿਆਇਆ। ਦੁੱਧ ਪੀਓ, ਤਕੜੇ ਹੋ, ਤਕੜੇ ਹੋਵੋ। ਮੋਦੀ ਸਾਹਿਬ ਨੇ ਘਿਓ ਦਿੱਤਾ ਪੰਜਾਬ ਦਾ ਬਾਈਡਨ ਜੀ ਨੂੰ। ਦੇਖੋ ਕੀ ਪੰਜਾਬ ਦੀਆਂ ਖੁਰਾਕਾਂ ਸੀ, ਆ ਕਿੱਥੇ ਪੰਜਾਬ ਦੇ ਲੋਕ ਪੀਜ਼ੇ ਬਰਗਰ ਖਾਣ ਲੱਗ ਪਏ ਨੇ, ਕਿੱਥੇ ਪਿਆਜ਼ਾਂ ਵਾਲੇ ਪਰੌਂਠੇ ਖਾਂਦੇ ਸੀ ਐ ਮੱਖਣ ਰੱਖ ਕੇ ਉੱਤੇ, ਹੈ ਨਾ, 4-4 ਪਰੌਂਠੇ ਸਵੇਰੇ ਤਕੜੇ ਵੀ ਸੀਗੇ, ਛਕ ਜਾਂਦੇ ਸੀ। ਹਾਂ ਵਾਕਈ ਤਗੜੇ ਸੀ, ਤਾਂ ਹੀ ਇੰਨਾ ਕੰਮ ਕਰਦੇ ਸੀਗੇ। ਬਿਲਕੁਲ ਪਹਿਲਵਾਨ ਸੀ, ਇਹਨਾਂ ਦਾ ਸਟੈਮਿਨਾ ਇੰਨਾ ਸੀ, ਦਮ ਨਹੀਂ ਸੀ ਚੜਦਾ। ਬਿਲਕੁਲ ਦਮ ਨਹੀਂ ਚੜਦਾ ਸੀ, ਔਰ ਜਿੰਨੀਆਂ ਵੀ ਹਮਲਾਵਰਾਂ ਦੀਆਂ ਕੋਸ਼ਿਸ਼ਾਂ ਸੀ ਅੱਗੇ ਡਟ ਕੇ ਖੜੇ ਹੋ ਜਾਂਦੇ ਸੀ। ਅੱਗੇ ਤੁਰਦੇ ਵੀ ਬਹੁਤ ਸੀਗੇ। ਹੁਣ ਸਾਨੂੰ ਕਾਰਾਂ ਨੇ, ਬਾਈਕਸ, ਮੋਟਰਸਾਈਕਲ ਵੰਨ-ਸਵੰਨੇ ਆ ਗਿਆ, ਸਾਈਕਲ ਚਲਾਉਣਾ ਸੀ ਭੁੱਲ ਗਏ। ਅੱਗੇ ਤੁਰ ਕੇ ਜਾਂਦੇ ਸੀ, ਨਾਨਕੇ ਜਾਣਾ ਤੁਰ ਕੇ, ਪੈ ਜੋ ਡੰਡੀਏ ਡੰਡੀ, ਸੜਕਾਂ ਵੀ ਘੱਟ ਸੀ। ਬਲਕਾਰ ਜੀ ਏਸੀ ਤੋਂ ਬਾਹਰ ਨਹੀਂ ਨਿਕਲਦੇ, ਤੁਰਨਾ ਕਿਹੜੇ ਮੋਏ ਨੇ, ਏਸੀ 'ਚ ਹੀ ਵੜੇ ਰਹਿਣਾ ਸਾਰਾ ਦਿਨ, ਬਾਹਰ ਜਾ ਕੇ ਓਏ 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 ਗਰਮੀ ਬਹੁਤ ਹੈ, ਗਰਮੀ ਬਹੁਤ ਹੈ, ਤਦੇ ਬਿਮਾਰੀ ਜ਼ਿਆਦਾ ਫੈਲ ਗਈ ਹੈ। ਚਲੋ ਹੁਣ ਆਪਾਂ ਅੱਗੇ ਚੱਲੀਏ, ਜੀ ਜੀ ਜੀ, ਬਿਮਾਰੀਆਂ ਤੋਂ ਛੁਟਕਾਰਾ ਮਿਲੇ ਔਰ ਚੰਗੀਆਂ ਖੁਰਾਕਾਂ ਖਾਈਏ, ਚੰਗਾ ਸਾਨੂੰ ਵਾਤਾਵਰਣ ਮਿਲੇ। ਕਹਿੰਦੇ ਨੇ ਕੈਨੇਡਾ 'ਚ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਰਾਹੀਂ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਇੱਕ ਦੂਜੇ ਦੇ ਨਾਲ। ਵੈਸੇ ਤੇ ਅੱਜ ਕੱਲ੍ਹ ਸਾਰੇ ਸਿਆਣੇ ਬੜੇ ਹੋਏ ਨੇ, ਸੋਸ਼ਲ ਮੀਡੀਆ ਤੇ ਇੰਨਾ ਗਿਆਨ ਦਿੰਦੇ ਨੇ ਨਾ, ਭਾਵੇਂ ਪੱਲੇ ਕੱਖ ਨਹੀਂ ਹੋਗਾ, ਗੱਲ ਬਿਲਕੁਲ, ਪਰ ਗਿਆਨ ਬੜਾ ਦਿੰਦੇ ਨੇ। 15 ਸਾਲ ਦਾ ਮੁੰਡਾ ਪੋਸਟ ਪਾ ਰਿਹਾ ਕਿ ਚੰਗੇ ਜੀਵਨ ਲਈ, ਸੁਚੱਜੇ ਜੀਵਨ ਲਈ ਆਹ ਨਿਯਮ ਅਪਣਾਓ ਲੈਂਦਾ। 15 ਸਾਲ ਦੇ ਮੁੰਡੇ ਨੂੰ ਕੀ ਪਤਾ ਇਹਨਾਂ ਕਿਤੋਂ ਪੜ੍ਹ ਲਏ ਹੋਣਗੇ। ਇਹ ਹੈਗਾ ਕਲਯੁਗ, ਉਹ ਮੱਤ ਦੇ ਰਿਹਾ ਜੀ। ਤੇ ਬਾਪੂ ਨੂੰ ਪੁੱਛਦਾ ਕੋਈ ਨਹੀਂ, ਕੈਨੇਡਾ ਵਿੱਚ ਪਤਾ ਨਹੀਂ, ਬਾਪੂ ਨੂੰ ਆਉਂਦਾ ਨਹੀਂ ਨਾ ਸੋਸ਼ਲ ਮੀਡੀਆ ਤੇ ਗੱਲ ਕਰਨੀ, ਜਾਂ ਬਾਪੂ ਨੂੰ ਕੋਈ, ਜਾਂ ਬਾਪੂ ਤੋਂ ਪੁੱਛ ਕੇ ਸ਼ਾਇਦ ਪਾਈਆਂ ਹੋਣਗੀਆਂ। ਇਹ ਟੈਕਨੀਕ ਦਾ ਫਾਇਦਾ ਲੈ ਰਹੇ ਮੁੰਡੇ। ਉੱਤੇ ਲਿਖ ਦੇਣਾ ਚਾਹੀਦਾ ਸੀ, ਮੇਰੇ ਬਾਪੂ ਜੀ ਕਹਿੰਦੇ ਨੇ ਕਿ ਚੰਗਾ ਜੀਵਨ ਇਦਾਂ ਜਿਉਣਾ ਚਾਹੀਦਾ। ਬਿਲਕੁਲ। ਸੋ ਕੈਨੇਡਾ ਵਾਲਿਆਂ ਨੇ ਸੋਸ਼ਲ ਮੀਡੀਆ ਤੇ ਲਾ ਦਿੱਤੀ ਹੈ ਪਾਬੰਦੀ ਲਾ, ਫੇਸਬੁੱਕ ਤੇ ਲਾ ਦਿੱਤੀ ਪਾਬੰਦੀ ਕਿ ਇਦਾਂ ਤੁਸੀਂ ਸੂਚਨਾ ਨਹੀਂ ਭੇਜ ਸਕਦੇ। ਹੁਣ ਦੱਸੋ ਉਹ ਵਿਚਾਰੇ, ਉਹ ਗਿਆਨੀ ਕੀ ਕਰਨਗੇ ਜਿਹੜੇ ਗਿਆਨ ਦਿੰਦੇ ਨੇ, ਗਿਆਨ ਵੰਡਦੇ ਨੇ। ਵੈਸੇ ਇਹਦੇ ਜਦੋਂ ਇਹਨਾਂ ਨੇ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਵਾਇਰਲ ਹੁੰਦੀ ਹੈ, ਉਹਨਾਂ ਨੂੰ ਰੋਕਣ ਲਈ ਇਹਨਾਂ ਨੇ ਬੈਨ ਲਾਤਾ। ਉਹ ਕਹਿੰਦੇ ਗਲਤ ਇਨਫੋਰਮੇਸ਼ਨ ਜਾ ਰਹੀ ਹੈ ਸਾਰੇ ਪਾਸੇ। ਉਹਨਾਂ ਦੇ ਜਿਹੜੇ ਇਨਫੋਰਮੇਸ਼ਨ ਦੇ ਮੰਤਰੀ ਨੇ, ਉਹਨਾਂ ਨੇ ਮਿਲ ਕੇ ਮੀਟਿੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਅਫਵਾਹਾਂ ਫੈਲਾ ਰਹੇ ਆ, ਔਰ ਇਹਦੇ ਵਿੱਚ ਮਾਰ ਧਾੜ ਹੁੰਦੀ ਆ, ਮਰਡਰ ਵੀ ਹੁੰਦੇ ਆ, ਕਈ ਕੁਛ ਹੁੰਦਾ, ਔਰ ਗਲਤ ਸੂਚਨਾ ਜਾਣ ਨਾਲ ਜਿਹੜੀ ਹੈ ਸਰਕਾਰ ਦੀ ਪਾਲਿਸੀ ਆ ਉਹਦੇ 'ਚ ਵੀ ਵਿਘਨ ਪਾ ਰਹੇ ਆ। ਔਰ ਮੇਰਾ ਖਿਆਲ ਹੈ ਜੇ ਕੈਨੇਡਾ ਨੇ ਕੀਤਾ ਹੈਗਾ ਤੇ ਇਹ ਇੰਡੀਆ ਨੂੰ ਸਭ ਜਗ੍ਹਾ ਹੋਣਾ ਚਾਹੀਦਾ। ਇਨਫੋਰਮੇਸ਼ਨ ਬ੍ਰਾਡਕਾਸਟ ਮਿਨਿਸਟਰੀ, ਉਹਦੇ ਅੰਡਰ ਹੀ ਸਾਰਾ ਕੁਝ ਹੈਗਾ। ਉਹਨਾਂ ਦੇ ਮੰਤਰੀ ਸਾਹਿਬਾਨ ਅਨੁਰਾਗ ਠਾਕੁਰ ਜੀ ਨੇ, ਮੇਰਾ ਖਿਆਲ ਇਹਨਾਂ ਸਾਰਿਆਂ ਨੂੰ ਮਿਲ ਕੇ ਇੱਦਾਂ ਦਾ ਇੱਕ ਯਤਨ ਕਰਨਾ ਚਾਹੀਦਾ ਤਾਂ ਕਿ ਸਾਡੇ ਦੇਸ਼ ਦੇ ਵਿੱਚ ਵੀ ਮੁੰਡੇ ਕੁੜੀਆਂ ਇਸ ਪਾਸੇ ਬਹੁਤ ਆ ਗਏ। ਅਸੀਂ ਉਹਨਾਂ ਨੂੰ ਵਿਗੜੇ ਤਾਂ ਨਹੀਂ ਕਹਿ ਰਹੇ, ਇਹਨੂੰ ਪੋਜ਼ੀਟਿਵਿਟੀ ਵਾਲੇ ਪਾਸੇ ਕੱਟ ਲੈ ਰਿਹਾ। ਇਹ ਸਾਰੀ ਜਿਹੜੀ ਨੈਗੇਟਿਵ ਵਾਲੇ ਪਾਸੇ ਆ ਗਈ ਆ। ਇਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਗਲਤ ਜਾ ਰਹੀਆਂ, ਔਰ ਉਹਦੇ ਵਿੱਚ ਲੜਾਈਆਂ ਵੀ ਹੋ ਰਹੀਆਂ। ਜੇ ਜਨਾਨੀ ਬੰਦੇ ਨਾਲ ਲੜ ਪਈ ਉਹਨੇ ਫਿਰ ਪੋਸਟ ਪਾ ਦੇਣੀਆਂ, ਜੇ ਮਾਂ ਧੀ ਨਾਲ ਲੜ ਪਈ ਉਹਨੇ ਪੋਸਟ ਪਾ ਦੇਣੀਆਂ, ਜੇ ਕੁੜਮਾਂ ਨਾਲ ਲੜ ਪਿਆ ਤਾਂ ਉੱਤੇ ਪੋਸਟ ਪਾ ਰਿਹਾ ਕਿ ਚੰਗੇ ਰਿਸ਼ਤੇਦਾਰਾਂ ਨੂੰ ਮਿਲਣਾ ਚੰਗਾ ਹੈਗਾ, ਮਾੜਿਆਂ ਤੋਂ ਬਚ ਕੇ ਰਹੋ, ਹੈ ਨਾ। ਇਹਦੇ ਵਿੱਚ ਇਹ ਚੀਜ਼ਾਂ ਹੈਗੀਆਂ, ਵਿਅਕਤੀਗਤ ਚੀਜ਼ਾਂ ਆ ਗਈਆਂ। ਇਹਦੇ ਵਿੱਚ ਲੜਾਈਆਂ ਹੋ ਰਹੀਆਂ, ਮਰਡਰ ਹੋ ਰਹੇ ਆ, ਔਰ ਸਾਰਾ ਕੁਝ ਹੋ ਰਿਹਾ। ਖਾਸ ਕਰਕੇ ਜਿਹੜੇ ਲੋਕ ਅਨਪੜ੍ਹ ਨੇ ਜਾਂ ਘੱਟ ਪੜ੍ਹੇ ਲਿਖੇ, ਉਹ ਜ਼ਿਆਦਾ ਕਰ ਰਹੇ ਆ। ਜਿੰਨੇ ਕੁ ਜਾਂ ਥੋੜ੍ਹੇ ਘੱਟ ਪੜ੍ਹੇ ਹੈਗੇ ਆ, ਜੇ ਸਾਡੇ ਅਸੀਂ ਕੁੜੀਆਂ ਨੂੰ ਇਸ ਗੱਲ ਪਾਸੇ ਨਹੀਂ ਲਿਆ ਸਕਦੇ। ਕੁੜੀਆਂ ਤਾਂ ਟੌਪਰ ਨੇ, ਹਰ ਯੂਨੀਵਰਸਿਟੀ 'ਚ ਟੌਪ ਕਰ ਰਹੀਆਂ। ਰਿਜ਼ਲਟ ਕੋਈ ਵੀ ਲੈ ਲਓ, ਕੁੜੀਆਂ ਅੱਗੇ ਆ, ਮੁੰਡੇ ਪਿੱਛੇ ਆ। ਗੱਲ ਇਹ ਆ ਕਿ ਸੋਸ਼ਲ ਮੀਡੀਆ ਬਹੁਤ ਵਧੀਆ ਪਲੇਟਫਾਰਮ ਆ, ਬਹੁਤ ਵਧੀਆ ਚੀਜ਼ ਆ। ਜਿਵੇਂ ਪਿੰਡ ਦੀ ਸੱਥ ਨਹੀਂ ਹੁੰਦੀ ਸੀ, ਸਾਰੇ ਬਹਿ ਕੇ ਗੱਲਾਂ ਕਰਦੇ ਸੀ, ਇਹ ਸੱਥ ਹੀ ਹੈ, ਪਰ ਇਹ ਸੱਥ ਦਾ ਗਲਤ ਇਸਤੇਮਾਲ ਹੁੰਦਾ ਹੈ। ਜਿਹੜੀ ਸੱਥ ਨਹੀਂ, ਉਹ ਕੈਮਰੇ, CCTV ਕੈਮਰੇ ਹੁੰਦੇ ਸੀ, ਵੇਖਣਾ ਕਿੱਧਰ ਆ ਰਿਹਾ ਮੁੰਡਾ, ਇਹ ਕਿਹਨਾਂ ਦਾ ਜਵਾਈ ਯਾਰ, ਇਹਨੇ ਬੜੇ ਪਟੇ ਪਾਏ ਆ ਯਾਰ, ਇਹਨੇ ਬੜੇ ਸੋਹਣੇ ਕੱਪੜੇ ਪਾਏ ਆ। ਉਹ ਬੁੜੇ ਜਾਂ ਉੱਥੇ ਬੈਠੇ ਆਂਦੇ, ਆਹ ਕੁੜੀ ਕਿਹਦੀ ਹੈ ਯਾਰ, ਇਹ ਕੁੜੀ ਯਾਰ ਬਹੁਤ ਅੱਛੀ ਹੈ, ਇਹਨੇ ਬੜੇ ਨੰਬਰ ਲਏ ਆ। ਉਹ CCTV ਕੈਮਰੇ ਸੀਗੇ। ਸੋ ਮੈਂ ਗੱਲ ਕਰਨ ਲੱਗਾ ਸੋਸ਼ਲ ਮੀਡੀਆ ਦੀ ਕਿ ਕਿੱਦਾਂ ਅਸੀਂ ਗਲਤ ਇਸਤੇਮਾਲ ਕਰਦੇ ਹਾਂ। ਜਿਹੜੇ ਆਪਾਂ ਫੇਸਬੁੱਕ ਫਰੈਂਡ ਬਣਾਉਂਦੇ ਆ, ਉਹਦੇ ਵਿੱਚ ਨਾ ਇੱਕ ਪੋਸਟ ਪਾਈ, ਕੁਝ ਦਿਨ ਪਹਿਲਾਂ ਦੀ ਗੱਲ ਹੈ, ਸੈਲਫੀ ਖਿੱਚ ਕੇ ਪਾਈ, ਬੱਸ 'ਚ ਬੈਠਾ ਹੋਇਆ ਤੇ ਟਾਕੀ 'ਚੋਂ ਹੱਥ ਬਾਹਰ ਕੱਢ ਕੇ ਸੈਲਫੀ ਖਿੱਚ ਕੇ, ਗੋਇੰਗ ਟੂ ਚੰਡੀਗੜ੍ਹ। ਦੱਸੋ, ਫਿਰ ਅੱਧੇ ਰਾਹ ਪਹੁੰਚ ਗਏ, ਉੱਥੇ ਬੱਸ ਰੁਕੀ, ਉੱਥੇ ਚਾਹ ਚੂ ਪੀਂਦਾ ਪਿਆ, ਪਕੌੜੇ ਖਾਂਦਾ ਪਿਆ। ਅੱਧੇ ਰਸਤੇ ਪਹੁੰਚ ਗਏ ਆ, ਇੱਥੇ ਚਾਹ ਤੇ ਪਕੌੜੇ ਇੰਜੋਏ ਕਰਦੇ ਪਏ ਆ, ਉਹ ਪੋਸਟ ਪਾਤੀ। ਫਿਰ ਚੰਡੀਗੜ੍ਹ ਪਹੁੰਚ ਗਿਆ,
ਆਹ ਲਓ ਜੀ ਬੱਸ ਸਟੈਂਡ ਤੇ ਬੱਸ ਪਹੁੰਚ ਗਈ, ਮੈਂ ਚੰਡੀਗੜ੍ਹ ਪਹੁੰਚ ਗਿਆ। ਮੈਂ ਨਾ ਕਿਉਂਕਿ ਫਰੈਂਡ ਸਰਕਲ ਹੈ ਤੇ ਉਹਦੇ 'ਚ ਫੋਨ ਨੰਬਰ ਉਹਦਾ ਹੈਗਾ ਸੀ, ਮੈਂ ਉਹਨੂੰ ਫੋਨ ਕਰਤਾ। ਮੈਂ ਕਿਹਾ ਤੂੰ ਚੰਡੀਗੜ੍ਹ ਚੱਲਿਆ, ਤੂੰ ਰਾਹ 'ਚ ਪਕੌੜੇ ਖਾਦੇ, ਹੁਣ ਤੂੰ ਚੰਡੀਗੜ੍ਹ ਪਹੁੰਚ ਗਿਆ, ਦੱਸ ਮੈਂ ਕੀ ਕਰਾਂ? ਆ ਮੈਂ ਕਰ ਮੈਨੂੰ ਕੀ ਦੱਸਦਾ ਪਿਆ? ਇਹ ਤਾਂ ਮੋਦੀ ਸਾਹਿਬ ਵਾਂਗੂ ਕਰਦੇ ਆ, ਫਿਰ ਲੈਂਡ ਕਰ ਗਿਆ, ਇਹ ਤੋਂ ਉਦੋਂ ਬਾਅਦ ਆ ਫਿਰ ਪਹੁੰਚ ਰਹੇ ਨੇ, ਰਾਸ਼ਟਰਪਤੀ ਭਵਨ 'ਚ ਪਹੁੰਚ ਰਹੇ ਆ। ਇਹ ਤਾਂ ਆਪਣੇ ਆਪ ਨੂੰ ਰਾਸ਼ਟਰਪਤੀ ਤੋਂ ਵੀ ਉੱਪਰ ਸਮਝਦੇ ਆ। ਬਿਲਕੁਲ। ਮੈਂ ਕਿਹਾ ਤੂੰ ਇਹ ਵੀ ਪਾਇਆ ਕਰ, ਚਾਹ ਦਾ ਅੱਧਾ ਕੱਪ ਇੱਧਰੋਂ ਪੀ ਲਿਆ, ਫਿਰ ਇੱਕ ਹੋਰ ਕੱਪ, ਮੈਂ ਦੂਸਰਾ ਕੱਪ ਜਿਹੜਾ ਚਾਹ ਦਾ ਹੁਣ ਪੀਣ ਲੱਗਾ ਉਹ ਅੱਧਾ ਕੱਪ ਪੀ ਲਿਆ, ਇਹ ਪੂਰਾ ਕੱਪ ਪੀ ਲਿਆ। ਮੈਂ ਕਿਹਾ ਫੋਟੋਆਂ ਪਾ ਕੇ ਮੇਰਾ ਸਿਰ ਤੂੰ ਦੁਖਣ ਲਾ ਦੇਂ। ਨਾ ਲੋਕਾਂ ਕੋਲ ਇੰਨਾ ਟਾਈਮ ਨਹੀਂ ਬਹੁਤੇ, ਜਿਹੜੇ ਕੰਮ ਵਾਲੇ ਉਹ ਨਹੀਂ ਵੇਖਦੇ ਉਹਦੇ ਕੰਮ ਨੇ, ਔਰ ਉਹਨਾਂ ਤੋਂ ਵਿਹਲੇ ਉਹ ਜਿਹੜੇ ਥੱਲੇ ਕਮੈਂਟ ਪਾਉਂਦੇ ਨੇ, ਉਹ ਭਾਜੀ ਕਮਾਲ ਕਰਤੀ। ਵੈਸੇ ਇਹ ਫ੍ਰੀ ਦੀ ਗੱਲ ਹੈਗੀ ਹੈ, ਮੁਫਤ ਦੀ ਗੱਲ ਹੈਗੀ। ਜੇ ਕਿਤੇ ਇੱਥੇ ਪੈਸੇ ਲੱਗਣੇ ਸ਼ੁਰੂ ਹੋ ਗਏ, ਜਿੱਦਾਂ ਮੈਸੇਜ ਅੱਗੇ ਪਹੁੰਚ ਜਾਏ, ਆਪਣੇ ਮੈਸੇਜ ਆਉਂਦੇ ਸੀ ਨਾ ਮੋਬਾਈਲ ਤੇ, ਜਦੋਂ ਪੈਸੇ ਸਾਨੂੰ ਉਹਦੇ ਆਉਣ ਦੇ ਜਾਣ ਦੇ ਪੈਸੇ ਦਿੰਦੇ ਸੀ, ਸਾਡੀਆਂ ਜਿਹੜੀਆਂ ਕਾਲ ਸੀਗੀਆਂ ਇਹਦਾ ਜਿਹੜੀ ਸੀ ਆਊਟਗੋਇੰਗ ਇਨਕਮਿੰਗ ਦੋਨੋਂ ਪੈਸੇ ਦਿੰਦੇ ਸੀਗੇ। ਜਦੋਂ ਅਕਾਲੀ ਸਰਕਾਰ ਸੀ ਉਸ ਟਾਈਮ ਦੀ ਗੱਲ ਹੈਗੀ ਆ। ਉਦੋਂ ਬਾਅਦ ਸਾਡੀਆਂ ਹੁਣ ਜਿਹੜੀਆਂ ਇਨਕਮਿੰਗ ਆ ਉਹ ਤਾਂ ਫ੍ਰੀ ਹੈ, ਬਾਕੀ ਅਸੀਂ ਜਿਹੜੇ ਆਊਟਗੋਇੰਗ ਜਾਂਦੀਆਂ ਆਊਟਗੋਇੰਗ ਉਹਦੇ ਪੈਸੇ ਦਿੰਦੇ ਹਾਂ। ਇਸੇ ਤਰ੍ਹਾਂ ਦੀਆਂ ਜੇ ਕਿਤੇ ਪੈਸੇ ਲੱਗੇ ਤਾਂ ਸਾਰੇ ਚੁੱਪ ਹੋ ਜਾਣਗੇ, ਫਿਰ ਕੋਈ ਪੋਸਟ ਨਹੀਂ ਜਾਊਗੀ, ਕਿਸੇ ਵੱਲੋਂ ਨਹੀਂ ਜਾਊਗੀ, ਤੇ ਲੜਾਈ ਵੀ ਘੱਟ ਹੋਊਗੀ। ਵੈਸੇ WhatsApp ਤੇ ਵੀ ਇਹੋ ਜਿਹਾ ਕਾਰਨਾਮੇ ਹੋ ਰਹੇ ਆ, Facebook ਤੇ ਵੀ ਹੋ ਰਹੇ ਆ, Instagram ਤੇ ਵੀ ਹੋ ਰਹੇ ਆ। ਜਿਹੜੇ ਸੋਸ਼ਲ ਮੀਡੀਆ ਨਾਲ ਸਾਧਨ ਨੇ, ਇਹ ਸਾਰੇ ਪਾਸੇ, ਇੰਡੀਆ ਇਕੱਲੇ 'ਚ ਨਹੀਂ ਹੈਗਾ, ਇਹ ਚਾਈਨਾ 'ਚ ਵੀ ਹੈਗਾ, ਅਮਰੀਕਾ 'ਚ ਵੀ ਹੈਗਾ, ਇਹ ਨਿਊਜ਼ੀਲੈਂਡ 'ਚ ਵੀ ਹੈਗਾ, ਹਰ ਜਗ੍ਹਾ ਪਾ ਰਹੇ ਆ। ਗੱਲ ਤਾਂ ਬਹੁਤ ਅੱਛੀ ਜਿੱਦਾਂ ਤੁਸੀਂ ਕਿਹਾ, ਪਰ ਇਹਨੂੰ ਜੇ ਇਹਦਾ ਸਾਦਾ ਉਪਯੋਗ ਕੀਤਾ ਜਾਵੇ, ਦੁਰਉਪਯੋਗ ਨਾ ਕੀਤਾ ਜਾਵੇ, ਤੇ ਦ ਬੈਸਟ ਮੀਡੀਅਮ ਆਫ ਕਮਿਊਨੀਕੇਸ਼ਨ। ਬਿਲਕੁਲ ਬੈਸਟ ਮੀਡੀਅਮ ਹੈ। ਹੁਣ ਇੱਕੋ ਹੀ ਲਾਈਨ ਮੈਂ ਬੋਲਾਂਗਾ ਜਾਣ ਲੱਗਿਆ, ਫਿਰ ਨਾਲ ਹੀ ਸਤਿ ਸ਼੍ਰੀ ਅਕਾਲ, ਕਿ ਜਿਹੜਾ ਉਹ ਗੁਰਦੁਆਰਾ ਸੁਧਾਰ ਸੋਧ ਬਿੱਲ ਪਾਸ ਕੀਤਾ ਗਿਆ, ਉਹਦੇ ਉੱਤੇ ਹੁਣ ਸ਼੍ਰੋਮਣੀ ਕਮੇਟੀ ਐਕਸ਼ਨ ਲੈਣ ਲੱਗੀ ਹੈ। ਔਰ ਹੋ ਸਕਦਾ ਅੱਜ ਦੇ ਦਿਨ ਜਦੋਂ ਅਸੀਂ ਪ੍ਰੋਗਰਾਮ ਰਿਕਾਰਡ ਕਰਦੇ ਪਏ ਹਾਂ, ਜਨਰਲ ਇਜਲਾਸ ਹੈ ਸਮੁੰਦਰਾ ਸਿੰਘ ਤੇਜਾ ਸਿੰਘ ਸਮੁੰਦਰੀ, ਤੇ ਹੋ ਸਕਦਾ ਕੋਈ ਇੰਪੋਰਟੈਂਟ ਐਲਾਨ ਹੋ ਜਾਏ। ਇਹ ਹੁਣ ਆਪਾਂ ਆਪਣੇ ਦਰਸ਼ਕਾਂ ਨੂੰ ਬਾਅਦ ਵਿੱਚ ਦੱਸਾਂਗੇ। ਜੀ ਕਿਉਂਕਿ ਐਲਾਨ ਹੋਣ ਤੋਂ ਬਾਅਦ ਹੀ ਅਸੀਂ ਗੱਲ ਕਰ ਸਕਦੇ, ਜਾਂ ਪਰਸੋਂ ਅਸੀਂ ਤਾਂ ਹੀ ਡਿਸਕਸ ਕਰ ਸਕਦੇ ਹਾਂ। ਸਾਡੇ ਦਰਸ਼ਕਾਂ ਨੂੰ ਪਤਾ ਵੀ ਲੱਗ ਜਾਣਾ ਕਿ ਇਸ ਵੇਲੇ ਇਹਨਾਂ ਨੇ ਕੀ ਕੀਤਾ, ਕੀ ਚਾਰਾਜੋਈ ਕੀਤੀ ਹੈਗੀ ਆ। ਔਰ ਗਵਰਨਰ ਸਾਹਿਬ ਨੂੰ ਤਾਂ ਮਿਲਿਆ ਹੈ, ਗਵਰਨਰ ਸਾਹਿਬ ਨੂੰ ਕਹਤਾ ਵੀ ਇਹਨੂੰ ਪਾਸ ਨਾ ਕਰਿਓ। ਅਮਿਤ ਸ਼ਾਹ ਨੂੰ ਵੀ ਮਿਲਣ ਦੀਆਂ ਤਜਵੀਜ਼ਾਂ ਬਣਨ ਦੀਆਂ, ਔਰ ਇਹਦੇ ਵਿੱਚ ਇਹਦੀ ਲੀਡ ਕਰ ਰਹੇ ਆ ਧਾਮੀ ਸਾਹਿਬ, ਔਰ ਉਦੋਂ ਉੱਪਰ ਸੁਪਰ ਲੀਡ ਕਰ ਰਹੇ ਆ ਬਾਦਲ, ਛੋਟੇ ਬਾਦਲ ਸਾਹਿਬ, ਸੁਖਬੀਰ ਬਾਦਲ। ਗੱਲ ਇੰਨੀ ਕੀ ਹੈ ਕਿ ਗੁਰਬਾਣੀ ਦਾ ਪ੍ਰਸਾਰਣ ਸ਼੍ਰੀ ਹਰਿਮੰਦਰ ਸਾਹਿਬ ਤੋਂ ਫ੍ਰੀ ਹੋਣਾ ਚਾਹੀਦਾ ਹੈ ਕਿ ਫ੍ਰੀ ਨਹੀਂ ਹੋਣਾ ਚਾਹੀਦਾ, ਗੱਲ ਇੰਨੀ ਹੈ। ਇਹ ਪਬਲਿਕ ਨੇ ਡਿਸਾਈਡ ਕਰਨਾ, ਵੈਸੇ ਸਿਆਸਤ ਨੂੰ ਡਿਸਾਈਡ ਨਹੀਂ ਕਰਨਾ, ਜੇ ਲੋਕਾਂ ਦੇ ਵਿਊ ਲੈਣੇ ਚਾਹੀਦੇ। ਬਿਲਕੁਲ ਪਬਲਿਕ, ਬਿਲਕੁਲ। ਤੁਸੀਂ ਵੀ ਆਪਣੇ ਵਿਊ ਸਾਨੂੰ ਭੇਜੋ ਔਰ ਇਨਬਾਕਸ ਕਰੋ, ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲੋ ਬਲਕਾਰ ਜੀ, ਜੀ ਜ਼ਰੂਰ। ਸਤਿ ਸ੍ਰੀ ਅਕਾਲ।